हाँ जी स्टूडेंट, तो वेलकम बैक। ਤੁਹਾਡਾ ਦੁਬਾਰਾ ਆਪਾਂ ਅੱਜ ਦੀ ਕਲਾਸ 'ਚ ਸਵਾਗਤ ਕਰਦੇ ਹਾਂ। ਆਪਾਂ ਪੋਲੀਟੀਕਲ ਸਾਇੰਸ ਦਾ ਚੈਪਟਰ ਸਟਾਰਟ ਕੀਤਾ ਸੀਗਾ। ਤੁਹਾਡੇ ਯਾਦ ਹੋਊਗਾ ਕੱਲ ਲਾਸਟ ਕਲਾਸ ਦੇ ਵਿੱਚ ਆਪਾਂ ਕੀਤਾ ਸੀਗਾ, ਅਸੀਂ ਟੌਪਿਕ ਕੀਤਾ ਸੀ ਰਾਸ਼ਟਰਪਤੀ ਦਾ ਸਟਾਰਟ। ਰਾਸ਼ਟਰਪਤੀ ਬਾਰੇ ਆਪਾਂ ਬੇਸਿਕ ਜਾਣਕਾਰੀ ਹਾਸਲ ਕਰ ਚੁੱਕੇ ਹਾਂ। ਆਪਾਂ ਦੇਖਿਆ ਸੀ ਰਾਸ਼ਟਰਪਤੀ ਦੀ ਅਪਾਇੰਟਮੈਂਟ ਕਿਵੇਂ ਹੁੰਦੀ ਹੈ, ਕੌਣ ਕੌਣ ਇਹਦੇ ਵਿੱਚ ਹਿੱਸਾ ਲੈਂਦਾ ਹੈ, ਜੇ ਕੋਈ ਵਿਵਾਦ ਹੋ ਜੇ ਤਾਂ ਇਹਨੂੰ ਸੁਪਰੀਮ ਕੋਰਟ ਸੁਲਝਾ ਸਕਦੀ ਹੈ। ਰਾਸ਼ਟਰਪਤੀ ਨੂੰ ਜਿਹੜੀ ਸਹੁੰ ਚੁਕਾਈ ਜਾਂਦੀ ਹੈ ਉਹ ਕਿਹੜੇ ਆਰਟੀਕਲ ਦੇ ਸਹੁੰ ਚੁਕਾਈ ਜਾਂਦੀ ਹੈ, ਰਾਸ਼ਟਰਪਤੀ ਨੂੰ ਹਟਾਉਣ ਦਾ ਕੀ ਪ੍ਰੋਸੈਸ ਹੈਗਾ, ਠੀਕ ਹੈ। ਤਾਂ ਇਹ ਸਾਰੀ ਗੱਲਾਂ ਆਪਾਂ ਇਹਦੇ ਵਿੱਚ ਕਰ ਚੁੱਕੇ ਹੈਗੇ। ਆਪਾਂ ਲਾਸਟ ਕਲਾਸ ਦੇ ਵਿੱਚ ਕਿਹਾ ਸੀਗਾ ਵੀ ਅੱਜ ਆਪਾਂ ਕਰਾਂਗੇ ਰਾਸ਼ਟਰਪਤੀ ਦੀਆਂ ਸ਼ਕਤੀਆਂ। ਤਾਂ ਜਿਹੜੀ ਅੱਜ ਦੀ ਕਲਾਸ ਹੋਣ ਵਾਲੀ ਹੈ ਇਹ ਹੋਣ ਵਾਲੀ ਹੈ ਰਾਸ਼ਟਰਪਤੀ ਦੀ ਸ਼ਕਤੀਆਂ, ਰਾਸ਼ਟਰਪਤੀ ਦੀਆਂ ਪਾਵਰ ਜਿਹੜੀਆਂ ਨੇ ਆਪਾਂ ਦੇਖਾਂਗੇ ਰਾਸ਼ਟਰਪਤੀ ਕੋਲ ਸਾਡੇ ਕਿਹੜੀ ਕਿਹੜੀ ਪਾਵਰ ਨਹੀਂ ਆ, ਠੀਕ ਹੈ। ਚਲੋ ਕਲਾਸ ਸਟਾਰਟ ਕਰਦੇ ਹਾਂ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ, ਆਪਾਂ ਇੱਕ ਆਰਟੀਕਲ ਪੜ੍ਹਿਆ ਸੀਗਾ, ਆਰਟੀਕਲ ਨੰਬਰ 53, ਅਨੁਛੇਦ 53 A ਫॉर ਆਰਟੀਕਲ, ਠੀਕ ਹੈ। ਇਹ ਕੀ ਕਹਿੰਦਾ ਹੈ? ਆਰਟੀਕਲ 53 ਕਹਿੰਦਾ ਹੈ ਵੀ ਜਿਹੜੀਆਂ ਸੰਘ ਦੀਆਂ ਸ਼ਕਤੀਆਂ ਨੇ, ਸੰਘ ਦੀਆਂ ਸ਼ਕਤੀਆਂ ਨੇ ਇਹ ਰਾਸ਼ਟਰਪਤੀ ਦੇ ਹੱਥ ਵਿੱਚ ਹੋਣਗੀਆਂ। ਸੰਘ ਦੀਆਂ ਸ਼ਕਤੀਆਂ ਕਿਹਦੇ ਕੋਲ ਹੋਣਗੀਆਂ? ਇਹ ਰਾਸ਼ਟਰਪਤੀ ਕੋਲ ਹੋਣਗੀਆਂ, ਠੀਕ ਹੈ ਜੀ। ਤਾਂ ਸੰਘ ਦੀਆਂ ਜਿਹੜੀ ਸ਼ਕਤੀਆਂ ਨੇ ਇਹ 7 ਪ੍ਰਕਾਰ ਦੀਆਂ ਸ਼ਕਤੀਆਂ ਨੇ ਜਿਹੜੀ ਸਾਡੇ ਰਾਸ਼ਟਰਪਤੀ ਨੂੰ ਮਿਲੀਆਂ ਹੋਈਆਂ ਨੇਗੀਆਂ, ਠੀਕ ਹੈ। ਤੇ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੇ ਇਸਤੇਮਾਲ ਜਾਂ ਤਾਂ ਆਪ ਕਰੂਗਾ ਜਾਂ ਫਿਰ ਆਪਣੇ ਅਧੀਨਸਥ ਅਧਿਕਾਰੀਆਂ ਦੀ ਸਹਾਇਤਾ ਨਾਲ ਕਰੂਗਾ। ਉਹ ਆਪਾਂ ਦੇਖਾਂਗੇ ਵੀ ਇਹਦੇ ਅਧੀਨਸਥ ਅਧਿਕਾਰੀ ਕਿਹੜੇ ਕਿਹੜੇ ਨੇਗੇ, ਠੀਕ ਹੈ। ਤਾਂ 7 ਸ਼ਕਤੀਆਂ ਆਪਾਂ ਦੇਖ ਲੈਣੇ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਦੀ ਕਾਰਜਕਾਰੀ ਸ਼ਕਤੀਆਂ ਦੀ। ਕਾਰਜਕਾਰੀ ਸ਼ਕਤੀਆਂ ਜਿਹਨੂੰ ਅਸੀਂ ਬੋਲਦੇ ਹਾਂ ਐਗਜ਼ੀਕਿਊਟਿਵ ਪਾਵਰ। ਐਗਜ਼ੀਕਿਊਟਿਵ ਪਾਵਰ ਇੰਗਲਿਸ਼ ਨੂੰ ਐਗਜ਼ੀਕਿਊਟਿਵ ਪਾਵਰ ਬੋਲਿਆ ਜਾਂਦਾ ਹੈ। ਸੈਕਿੰਡ ਨੰਬਰ ਤੇ ਜੀ ਵਿਧਾਨਕ ਸ਼ਕਤੀਆਂ। ਵਿਧਾਨਕ ਸ਼ਕਤੀਆਂ ਲੈਜਿਸਲੇਟਿਵ ਪਾਵਰ, ਲੈਜਿਸਲੇਟਿਵ। ਤੀਸਰੀਆਂ ਨੇ ਜੀ ਨਿਆਇਕ ਸ਼ਕਤੀਆਂ, ਜੁਡੀਸ਼ੀਅਲ ਪਾਵਰ ਨੂੰ ਬੋਲਿਆ ਜਾਂਦਾ ਹੈ। ਇਸ ਤੋਂ ਬਾਅਦ ਜੀ ਵਿੱਤੀ ਸ਼ਕਤੀਆਂ, ਫਾਈਨੈਂਸ਼ੀਅਲ ਪਾਵਰ। ਫਿਫਥ ਨੇ ਜੀ ਸੈਨਿਕ ਸ਼ਕਤੀਆਂ। ਇਹਨੂੰ ਅਸੀਂ ਆਰਮਡ ਪਾਵਰ ਜਾਂ ਮਿਲਟਰੀ ਪਾਵਰ ਬੋਲ ਦਿੰਦੇ ਹਾਂ, ਮਿਲਟਰੀ ਪਾਵਰ। ਇਸ ਤੋਂ ਬਾਅਦ ਹੈ ਕੂਟਨੀਤਿਕ ਸ਼ਕਤੀਆਂ। ਡਿਪਲੋਮੈਟਿਕ ਪਾਵਰ। ਤੇ ਲਾਸਟ ਹੈ ਜੀ ਆਪਾਤਕਾਲੀਨ ਸ਼ਕਤੀਆਂ। ਆਪਾਤਕਾਲੀਨ ਜਿਹਨੂੰ ਅਸੀਂ ਸੰਕਟਕਾਲੀਨ ਸ਼ਕਤੀਆਂ ਵੀ ਆਖ ਦਿੰਦੇ ਹਾਂ, ਸੰਕਟਕਾਲੀਨ ਸ਼ਕਤੀਆਂ, ਜਿਹਨੂੰ ਇੰਗਲਿਸ਼ ਬੋਲਦੇ ਅਸੀਂ ਐਮਰਜੈਂਸੀ ਪਾਵਰ, ਐਮਰਜੈਂਸੀ ਸ਼ਕਤੀਆਂ, ਠੀਕ ਹੈ। ਤਾਂ ਸਾਡੇ ਸੰਵਿਧਾਨ ਨੇ ਰਾਸ਼ਟਰਪਤੀ ਨੂੰ 7 ਪਾਵਰ ਦਿੱਤੀਆਂ ਨੇ। ਕਾਰਜਕਾਰੀ ਸ਼ਕਤੀਆਂ ਜੀ, ਵਿਧਾਨਕ ਸ਼ਕਤੀਆਂ, ਨਿਆਇਕ ਸ਼ਕਤੀਆਂ, ਵਿੱਤੀ ਸ਼ਕਤੀਆਂ, ਸੈਨਿਕ ਸ਼ਕਤੀਆਂ, ਕੂਟਨੀਤਿਕ ਸ਼ਕਤੀਆਂ ਤੇ ਆਪਾਤਕਾਲੀਨ ਸ਼ਕਤੀਆਂ। ਹੁਣ ਇਹਨਾਂ ਸ਼ਕਤੀਆਂ ਦੀ ਆਪਾਂ ਡਿਟੇਲ ਦੇ ਵਿੱਚ ਕੀ ਕਰਾਂਗੇ, ਵਿਆਖਿਆ ਕਰਾਂਗੇ ਵੀ ਇਹ ਸ਼ਕਤੀਆਂ ਸਾਡੇ ਰਾਸ਼ਟਰਪਤੀ ਨੂੰ ਕਿਹੜੀ ਕਿਹੜੀ ਪਾਵਰ ਜਿਹੜੀਆਂ ਨੇ ਪ੍ਰਦਾਨ ਕਰਦੀਆਂ ਨੇਗੀਆਂ, ਜਾਂ ਇਹ ਸਾਡੇ ਰਾਸ਼ਟਰਪਤੀ ਦੇ ਕੋਲ ਕਿਸ ਤਰ੍ਹਾਂ ਮੌਜੂਦ ਨੇਗੀਆਂ, ਠੀਕ ਹੈ। ਦੇਖੋ ਇੱਕ ਗੱਲ ਤਾਂ ਆਪਾਂ ਨੂੰ ਕਲੀਅਰ ਹੈ, ਆਪਾਂ ਬਾਅਦ ਦੇ ਵਿੱਚ ਕਲੀਅਰ ਕਰਾਂਗੇ ਇਹ ਗੱਲ ਵੀ ਸਾਡਾ ਜਿਹੜਾ ਰਾਸ਼ਟਰਪਤੀ ਹੈ ਉਹ ਇੱਕ ਨਾਮਾਤਰਮੁਖੀ ਹੈ। ਨਾਮਾਤਰਮੁਖੀ ਹੈ ਮਤਲਬ ਇਹਦੇ ਕੋਲ ਕੋਈ ਪਾਵਰ ਨਹੀਂ ਹੈਗੀ। ਇਹਨਾਂ ਪਾਵਰ ਦਾ ਇਸਤੇਮਾਲ ਕੌਣ ਕਰਦਾ ਹੈਗਾ? ਇਹਨਾਂ ਪਾਵਰ ਦਾ ਇਸਤੇਮਾਲ ਭਾਰਤ ਦਾ ਪ੍ਰਧਾਨ ਮੰਤਰੀ ਕਰਦਾ ਹੈ, ਠੀਕ ਹੈ। ਜਾਂ ਫਿਰ ਅਸੀਂ ਕਹਿ ਸਕਦੇ ਹਾਂ ਭਾਰਤ ਦਾ ਜਿਹੜਾ ਮੰਤਰੀ ਪਰਿਸ਼ਦ ਹੈਗਾ ਉਹ ਕਰਦਾ, ਜਿਹਦੀ ਅਗਵਾਈ ਕੌਣ ਕਰਦਾ? ਭਾਰਤ ਦਾ ਪ੍ਰਧਾਨ ਮੰਤਰੀ ਕਰਦਾ ਹੁੰਦਾ, ਠੀਕ ਹੈ। ਤਾਂ ਅਸਲੀ ਕਾਰਜਪਾਲਿਕਾ ਕੌਣ ਹੈ ਸਾਡੀ? ਉਹ ਹੈਗੀ ਮੰਤਰੀ ਪਰਿਸ਼ਦ, ਠੀਕ ਹੈ। ਚਲੋ ਹੁਣ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਇਹਦੀਆਂ ਕਾਰਜਕਾਰੀ ਸ਼ਕਤੀਆਂ ਦੀ। ਐਗਜ਼ੀਕਿਊਟਿਵ ਪਾਵਰ ਦੀ। ਐਗਜ਼ੀਕਿਊਟਿਵ ਪਾਵਰ ਦੇ ਵਿੱਚ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ, ਭਾਰਤ ਦਾ ਪ੍ਰੈਜ਼ੀਡੈਂਟ ਹੈ, ਇਹਦੀ ਅਪੁਆਇੰਟਮੈਂਟ ਕਰਨ ਦੀ ਸ਼ਕਤੀ ਵੀ ਆਉਂਦੀ ਹੈ, ਨਿਯੁਕਤੀ ਕਰਨ ਦੀ ਸ਼ਕਤੀਆਂ। ਕਾਰਜਕਾਰੀ ਸ਼ਕਤੀਆਂ ਦੇ ਵਿੱਚ ਇਹਦੀ ਨਿਯੁਕਤੀ ਕਰਨ ਦੀ ਸ਼ਕਤੀ ਵੀ ਆਉਂਦੀ ਹੈ। ਤਾਂ ਕਿਹਦੀ ਨਿਯੁਕਤੀ ਕਰਦਾ ਜੀ? ਇਹ ਨਿਯੁਕਤੀ ਕਰਦਾ ਪ੍ਰਧਾਨ ਮੰਤਰੀ ਦੀ,
प्रधानमंत्री की अपॉइंटमेंट भी कौन करता है? राष्ट्रपति करता है। ठीक है, पर की प्रधान राष्ट्रपति अपनी मर्जी ਨਾਲ किसी मर्जी व्यक्ति ਨੂੰ प्रधानमंत्री बना सकता? नहीं। जिस पार्टी ਦੇ नेता ਨੂੰ ਸੰਸਦ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਬਹੁਮਤ ਹਾਸਲ ਹੁੰਦਾ ਹੈ, ਉਸੇ ਵਿਅਕਤੀ ਨੂੰ ਜਿਹੜਾ ਭਾਰਤ ਦਾ ਰਾਸ਼ਟਰਪਤੀ ਉਹ ਕੀ ਕਰਦਾ? ਪ੍ਰਧਾਨਮੰਤਰੀ ਬੁਲਾਉਂਦਾ ਹੈ। ਇਸ ਤੋਂ ਇਲਾਵਾ ਜੀ ਸੰਘ ਦੇ ਮੰਤਰੀ, ਰਾਜਾਂ ਦੇ ਰਾਜਪਾਲ, ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜ, कैग कंट्रोलर एंड ऑडिटर जनरल ऑफ इंडिया। कैग आप बाद गल करांगे कैग हुंदा की है। यूपीएससी, एससी कमीशन, एसटी कमीशन, वोमेन कमीशन। ठीक है, इन्हां दे चेयरमैन ते इन्हां दे मैंबर, चेयरमैन की अपॉइंटमेंट भी करता है तो मैंबर भी अपॉइंटमेंट करता है। ठीक है, इस तो इलावा भारत का राष्ट्रपति मुख्य चोण कमिश्नर ते चोण कमिश्नर, केंद्र शासित प्रदेशों के उप राज्यपाल, प्रशासक अते मुख्यमंत्री। ठीक है, हुण जिहड़े केंद्र शासित प्रदेश ने जिवें लाइक जिवें दिल्ली है, पुडुचेरी है, जम्मू एंड कश्मीर है, लद्दाख है। ठीक है, तो इन्हां दे जिहड़े भी सीएम बनते हैं जां उप राज्यपाल बनते हैं जां प्रशासक बनते हैं, इन्हां दी अपॉइंटमेंट भारत का राष्ट्रपति करता हुंदा है। ठीक है, क्लीयर? इन्हां दी अपॉइंटमेंट भारत का राष्ट्रपति करता है, इन्हां सौं चोरी चुकाई जाती है, भारत के राष्ट्रपति वालों चुकाई जाती है। ठीक है, तो ये देखो आपां कार्यकारी शक्तियां दे विच की देखिया भी भारत का जिहड़ा राष्ट्रपति है वो इन्हां लोकां दी अपॉइंटमेंट करता, इन्हां संविधानिक अहुदियां ते बैठे हुए व्यक्तियों की अपॉइंटमेंट करता हुंदा है। तो किहड़े-किहड़े आगे देखो, तुहानूं क्वेश्चन की पूछ सकदा है भी राज्यां दे राजपाल की अपॉइंटमेंट कौन करता है? सुप्रीम कोर्ट के जज की अपॉइंटमेंट कौन करता है? हाई कोर्ट के जजां की अपॉइंटमेंट कौन करता है? ठीक है, कैग की अपॉइंटमेंट कौन करता है? ठीक है, जिवें टैट वगैरह के भी क्वेश्चन आए हुए पहला भी यूपीएससी का चेयरमैन है, यूपीएससी के मैंबर ने उन्होंने अपॉइंटमेंट कौन करता होंदा है? तो उन्होंने अपॉइंटमेंट की जाती भारत के राष्ट्रपति वालों। ठीक है, तो प्रधानमंत्री संघ के मंत्री, संघ के मतलब जिन्हें केंद्र सरकार के मंत्री ने, राज्यों के राज्यपाल ने, एससी मीन सुप्रीम कोर्ट, एससी मीन हाई कोर्ट के जज ने जिन्हें, कैग है, यूपीएससी कमीशन, यूपीएससी हो गया, एससी कमीशन हो गया, एसटी कमीशन हो गया, वुमेन्स कमीशन हो गया। ठीक है, इवन कि जो एक ओबीसी कमीशन नवा बनेगा ये भी आप ऐड कर सकते हैं। तो ओबीसी कमीशन के चेयरमैन, मैंबर, मुख्य चोण कमिश्नर जोड़े ने, ठीक है, चोण कमिश्नर ने केंद्र सरकार के जिन्हें भी ने ये, ताकि इस तो इलावा केंद्र शासित प्रदेश जिन्हें भी साढ़े उन्होंने प्रशासक, उप राज्यपाल जो मुख्यमंत्री ने उन्होंने अपॉइंटमेंट भारत का राष्ट्रपति करता है। इस तो इलावा होर भी जिन्हें संविधानिक अहुदे ने, संविधानिक अहुदे भारत के बहुत होर भी है। ठीक है, जिन्हें संविधानिक अहुदे ने उन्होंने सारिया के मुखिया की अपॉइंटमेंट की जाती है वो भारत के राष्ट्रपति वालों ही की जाती होंगी है। इस तो इलावा भारत का राष्ट्रपति जी साड़ियाँ तिन्ने सेनावां नेगियां, तिन्ने हथियारबंद सेनावां नेगियां जिवें आर्मी, नेवी ते एयरफोर्स है, इन्हां दे मुखिया की अपॉइंटमेंट भी भारत का राष्ट्रपति करता होंदा है। तो कार्यकारी शक्तियां दे विच इहदी अपॉइंटमेंट आ गई जी। तो किहड़े-किहड़े लोकां की अपॉइंटमेंट करता है, किहड़ी-किहड़ी संस्थावां दी, किहड़े-किहड़े संविधानिक अधिकारियों की अपॉइंटमेंट भारत का राष्ट्रपति करता होंदा है। इस तो इलावा इहदे विच राष्ट्रपति होर की शक्तियां ने कार्यकारी दे विच, जिवें यूपीएससी है या फिर भाषा आयोग है या फिर कैग है, वित्त आयोग है, ये जिन्ने भी संविधानिक संस्थावां नेगियां ये अपनी रिपोर्ट राष्ट्रपति नूं दिंदियां नेगियां। रिपोर्ट किहनूं प्रदान कर दिंदियां ने? ये राष्ट्रपति नूं रिपोर्ट प्रदान करदियां नेगियां। राष्ट्रपति इन्हां दी रिपोर्ट अगे किहनूं रखदा है? संसद कोले रखदा है। तो ये राष्ट्रपति कोल एक शक्ति है जी भी राष्ट्रपति यूपीएससी की रिपोर्ट, भाषा आयोग की रिपोर्ट, कैग की रिपोर्ट या 5 साल बाद जी वित्त आयोग की रिपोर्ट आती है, ये रिपोर्ट राष्ट्रपति ने सौंपी जाती है। राष्ट्रपति यदि रिपोर्ट किहनूं पेश कर दिंदा है? संसद में पेश कर दिंदा है। ठीक है, तो ये साडे राष्ट्रपति की पावर है। इस तो इलावा आर्टिकल 78 है एक, आर्टिकल 78 के तहत की हुंदा है, क्योंकि सानूं पता है भी आर्टिकल 53 के अनुसार की है, आर्टिकल 53 की कहता है भी संघ दी शक्तियां किहदे हत्थ विच होणगीਆਂ? राष्ट्रपति के हत्थ विच होणगीਆਂ। पर इन्हां नूं चलाऊगा कौन? इन्हां नूं चलाऊगा भारत का प्रधानमंत्री ते उहदी मंत्री परिषद, है ना। तो आर्टिकल 78 की कहता? आर्टिकल 78 कहता है भी भारत का जिहड़ा राष्ट्रपति होऊगा वो साडे प्रधानमंत्री तो कम्मां दी जानकारी भी लै सकदा है, कम्मां दी जानकारी भी हासिल जानकारी लै सकदा है। मतलब जिहड़ा साडा राष्ट्रपति है वो प्रधानमंत्री तो कम्मां दी जानकारी भी
ਹਾਸਲ ਕਰ ਸਕਦਾ ਹੈਗਾ। ਇਹ ਸਾਡੇ ਰਾਸ਼ਟਰਪਤੀ ਦੀ ਇੱਕ ਸ਼ਕਤੀ ਹੈ। ਠੀਕ ਹੈ, ਤਾਂ ਇਹ ਸੀ ਜੀ ਸਾਡੇ ਰਾਸ਼ਟਰਪਤੀ ਦੀਆਂ ਕਾਰਜਕਾਰੀ ਸ਼ਕਤੀਆਂ। ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਕਿਉਂਕਿ ਭਾਰਤ ਦਾ ਰਾਸ਼ਟਰਪਤੀ ਕੀ ਹੈ, ਇੱਕ ਨਾਮਾਤਰ ਕਾਰਜਪਾਲਿਕਾ ਹੈ। ਨਾਮਾਤਰ ਕਾਰਜਪਾਲਿਕਾ ਹੋਣ ਕਰਕੇ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਕੌਣ ਕਰਦਾ ਹੁੰਦਾ? ਸਾਡੀ ਮੰਤਰੀ ਪਰਿਸ਼ਦ ਕਰਦੀ ਹੈ। ਠੀਕ ਹੈ, ਜਿਹਦੀ ਅਗਵਾਈ ਕੌਣ ਕਰਦਾ ਹੁੰਦਾ ਹੈ? ਅਗਵਾਈ ਕਰਦਾ ਭਾਰਤ ਦਾ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਕਰਦਾ ਹੈ। ਠੀਕ ਹੈ ਕਲੀਅਰ। ਚਲੋ ਨੈਕਸਟ ਪਾਵਰ ਦੇਖਦੇ ਹਾਂ ਆਪਾਂ। ਇਹਦੀ ਨੈਕਸਟ ਪਾਵਰ ਹੈਗਾ ਇਹਦੀ ਵਿਧਾਨਕ ਸ਼ਕਤੀਆਂ। ਜਿਹਨੂੰ ਅਸੀਂ ਬੋਲਦੇ ਹਾਂ ਲੈਜਿਸਲੇਟਿਵ ਪਾਵਰ। ਲੈਜਿਸਲੇਟਿਵ ਪਾਵਰ। ਠੀਕ ਹੈ, ਹੁਣ ਦੇਖੋ ਸਰਕਾਰ ਦੇ ਸਾਨੂੰ ਪਤਾ ਕਿੰਨੇ ਅੰਗ ਹੁੰਦੇ ਨੇ? ਸਰਕਾਰ ਦੇ ਸਾਨੂੰ ਪਤਾ ਹੈ 3 ਅੰਗ ਹੁੰਦੇ ਨੇ। ਇੱਕ ਹੁੰਦਾ ਕਾਰਜਪਾਲਿਕਾ, ਇੱਕ ਹੁੰਦੀ ਵਿਧਾਨ ਪਾਲਿਕਾ ਤੇ ਇੱਕ ਹੁੰਦੀ ਹੈ ਨਿਆਂਪਾਲਿਕਾ। ਠੀਕ ਹੈ, ਜਿਹੜੀ ਇਹ ਵਿਧਾਨ ਪਾਲਿਕਾ ਹੈਗੀ, ਠੀਕ ਹੈ, ਸਾਡੀ ਵਿਧਾਨਕ ਸ਼ਕਤੀਆਂ ਨੇਗੀਆਂ। ਦੇਖੋ ਰਾਸ਼ਟਰਪਤੀ ਕੋਲ ਵੀ ਸਾਡੇ ਵਿਧਾਨਕ ਸ਼ਕਤੀਆਂ ਨੇਗੀਆਂ। ਠੀਕ ਹੈ, ਇਹਦਾ ਮਤਲਬ ਸਾਡੇ ਰਾਸ਼ਟਰਪਤੀ ਕੋਲ ਕਾਰਜਪਾਲਿਕਾ ਸ਼ਕਤੀਆਂ ਵੀ ਨੇ, ਸਾਡੇ ਰਾਸ਼ਟਰਪਤੀ ਕੋਲੇ ਵਿਧਾਨਕ ਸ਼ਕਤੀਆਂ ਨੇ। ਇੱਕ ਆਪਾਂ ਇਹਦੇ ਵਿੱਚ ਸਟਾਰਟਿੰਗ ਦੇ ਜਦੋਂ ਕਰਿਆ ਸੀਗਾ ਜੀ, ਦੇਖਿਆ ਸੀ ਆਪਾਂ ਵੀ ਰਾਸ਼ਟਰਪਤੀ ਕੋਲ ਸਾਡੇ ਨਿਆਇਕ ਸ਼ਕਤੀਆਂ ਵੀ ਨੇ। ਇਹਦਾ ਮਤਲਬ ਸਰਕਾਰ ਦੇ ਤਿੰਨੇ ਅੰਗਾਂ ਦੇ ਵਿੱਚ ਕਿਤੇ ਨਾ ਕਿਤੇ ਸਾਡਾ ਰਾਸ਼ਟਰਪਤੀ ਇਨਵੋਲਵ ਹੁੰਦਾ ਹੈ। ਠੀਕ ਹੈ, ਚਲੋ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ। ਦੇਖੋ ਸਾਡੀ ਜਿਹੜੀ ਵਿਧਾਨ ਪਾਲਿਕਾ ਬਣਦੀ ਹੈ ਉਹਦੇ 2 ਮੇਨ ਪਾਰਟ ਨੇ। ਕਿਹੜੇ ਪਾਰਟ ਨੇ ਉਹਦੇ ਮੇਨ? ਇੱਕ ਹੈਗਾ ਸਾਡਾ ਲੋਕ ਸਭਾ, ਸਾਡੀ ਜਿਹੜੀ ਵਿਧਾਨ ਪਾਲਿਕਾ ਜਿਹਨੂੰ ਸੰਸਦ ਬੋਲਦੇ ਹਾਂ ਅਸੀਂ, ਕੇਂਦਰ ਦੀ ਵਿਧਾਨ ਪਾਲਿਕਾ। ਇੱਕ ਲੋਕ ਸਭਾ ਹੈਗੀ, ਇੱਕ ਹੈਗੀ ਹੈ ਰਾਜ ਸਭਾ। ਠੀਕ ਹੈ, ਪਰ ਲੋਕ ਸਭਾ ਤੇ ਰਾਜ ਸਭਾ ਨਾਲ ਹੀ ਸੰਸਦ ਨਹੀਂ ਬਣਦੀ ਹੈਗੀ। ਸੰਸਦ ਦੇ 3 ਮਹੱਤਵਪੂਰਨ ਅੰਗ ਨੇ। ਕਿਹੜੇ ਜੀ? ਇੱਕ ਤਾਂ ਲੋਕ ਸਭਾ ਹੋ ਗਿਆ ਤੇ ਦੂਸਰਾ ਰਾਜ ਸਭਾ ਹੋ ਗਿਆ। ਫਿਰ ਤੀਸਰਾ ਕਿਹੜਾ ਅੰਗ? ਤੀਸਰਾ ਅੰਗ ਹੈਗਾ ਜੀ ਇਹਦਾ ਰਾਸ਼ਟਰਪਤੀ। ਰਾਸ਼ਟਰਪਤੀ ਇਜ਼ ਦਾ ਇੰਪੋਰਟੈਂਟ ਪਾਰਟ ਆਫ ਇੰਡੀਅਨ ਪਾਰਲੀਮੈਂਟ। ਮਤਲਬ ਸਾਡਾ ਰਾਸ਼ਟਰਪਤੀ ਵੈਰੀ ਇੰਪੋਰਟੈਂਟ ਪਾਰਟ ਹੈਗਾ ਕਿਹਦਾ? ਸਾਡੀ ਸੰਸਦ ਦਾ। ਸਾਡੇ ਰਾਸ਼ਟਰਪਤੀ ਤੋਂ ਬਗੈਰ ਸਾਡੀ ਸੰਸਦ ਜਿਹੜੀ ਪੂਰੀ ਨਹੀਂ ਹੁੰਦੀ ਹੈਗੀ। ਠੀਕ ਹੈ, ਪੂਰੀ ਨਹੀਂ ਹੁੰਦੀ। ਕਿਉਂ ਨਹੀਂ ਪੂਰੀ ਹੁੰਦੀ ਬਈ? ਕਿਉਂਕਿ ਹੁਣ ਸੰਸਦ ਦਾ ਕੀ ਕੰਮ ਹੈ? ਸੰਸਦ ਦਾ ਕੰਮ ਹੈ ਵਿਧਾਨ ਬਣਾਉਣਾ, ਕਾਨੂੰਨ ਬਣਾਉਣਾ। ਠੀਕ ਹੈ, ਮੰਨ ਲਓ ਕਾਨੂੰਨ ਬਣਾਉਣਾ ਹੈ ਤਾਂ ਕਾਨੂੰਨ ਲੋਕ ਸਭਾ 'ਚ ਜਾਊਗਾ ਜਾਂ ਫਿਰ ਰਾਜ ਸਭਾ 'ਚ ਜਾਊਗਾ। ਲੋਕ ਸਭਾ ਨੂੰ ਪਾਸ ਕਰੂਗੀ, ਫਿਰ ਉਹ ਬਿੱਲ ਜਾਊਗਾ ਰਾਜ ਸਭਾ ਕੋਲੇ। ਰਾਜ ਸਭਾ ਤੇ ਲੋਕ ਸਭਾ ਤੋਂ ਪਾਸ ਹੋਣ ਤੋਂ ਬਾਅਦ ਕੋਈ ਬਿੱਲ ਕਿੱਥੇ ਜਾਂਦਾ ਹੁੰਦਾ ਹੈ? ਕੋਈ ਬਿੱਲ ਜਾਂਦਾ ਹੁੰਦਾ ਹੈ ਰਾਸ਼ਟਰਪਤੀ ਕੋਲੇ। ਤੇ ਰਾਸ਼ਟਰਪਤੀ ਜਦੋਂ ਤੱਕ ਉਹਦੇ ਉੱਪਰ ਸਿਗਨੇਚਰ ਨਹੀਂ ਕਰਦਾ ਹੈਗਾ, ਸਾਈਨ ਨਹੀਂ ਕਰਦਾ ਹੈਗਾ, ਉਦੋਂ ਤੱਕ ਉਹ ਬਿੱਲ ਕਾਨੂੰਨ ਨਹੀਂ ਬਣਦਾ ਹੈਗਾ। ਇਸ ਕਰਕੇ ਲੋਕ ਸਭਾ ਤੇ ਰਾਜ ਸਭਾ ਤੋਂ ਬਾਅਦ ਸਾਡਾ ਰਾਸ਼ਟਰਪਤੀ ਸਾਡੀ ਸੰਸਦ ਦਾ ਕੀ ਹੁੰਦਾ? ਇੱਕ ਮਹੱਤਵਪੂਰਨ ਅੰਗ ਹੁੰਦਾ ਹੈ। ਤਾਂ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਤੋਂ ਮਿਲ ਕੇ ਸਾਡੀ ਕੀ ਬਣਦੀ ਹੈ? ਸਾਡੀ ਬਣਦੀ ਹੈ ਪਾਰਲੀਮੈਂਟ, ਸੰਸਦ। ਇਟ ਮੀਨਸ ਰਾਸ਼ਟਰਪਤੀ ਦਾ ਵੈਰੀ ਇੰਪੋਰਟੈਂਟ ਪਾਰਟ ਆਫ ਇੰਡੀਅਨ ਪਾਰਲੀਮੈਂਟ। ਕਲੀਅਰ। ਚਲੋ ਹੁਣ ਹੋਰ ਵਿਧਾਨਕ ਸ਼ਕਤੀਆਂ ਦੇ ਵਿੱਚ ਇਹਦੇ ਕੀ ਆ ਜਾਂਦਾ ਹੈ? ਜਿਹੜਾ ਸਾਡਾ ਰਾਸ਼ਟਰਪਤੀ ਹੈ ਉਹ ਸੰਸਦ ਦੇ ਵਿੱਚ 2 ਐਂਗਲੋ ਇੰਡੀਅਨ ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ। 2 ਐਂਗਲੋ ਇੰਡੀਅਨ ਮੈਂਬਰ, 2 ਐਂਗਲੋ ਇੰਡੀਅਨ। ਠੀਕ ਹੈ, ਹੁਣ ਜਿਹੜੇ 2 ਐਂਗਲੋ ਇੰਡੀਅਨ ਮੈਂਬਰ ਨੇ ਇਹਨਾਂ ਦੀ ਜਿਹੜੀ ਅਪਾਇੰਟਮੈਂਟ ਕੀਤੀ ਜਾਂਦੀ ਹੈ ਇਹ ਆਰਟੀਕਲ 331 ਦੇ ਤਹਿਤ ਕੀਤੀ ਜਾਂਦੀ ਹੈ। ਆਰਟੀਕਲ 331 ਦੇ ਅਨੁਸਾਰ ਸਾਡਾ ਰਾਸ਼ਟਰਪਤੀ ਜਿਹੜਾ ਹੈਗਾ ਉਹ ਐਂਗਲੋ ਇੰਡੀਅਨ ਮੈਂਬਰ ਨੂੰ ਨਾਮਜ਼ਦ ਕਰਦਾ ਹੈ। ਪਰ 2015 ਤੋਂ ਬਾਅਦ ਕੋਈ ਵੀ ਐਂਗਲੋ ਇੰਡੀਅਨ ਮੈਂਬਰ ਜਿਹੜਾ ਹੈਗਾ ਉਹ ਨਾਮਜ਼ਦ ਨਹੀਂ ਕੀਤਾ ਗਿਆ ਹੈਗਾ। ਠੀਕ ਹੈ, ਤਾਂ ਆਰਟੀਕਲ 331 ਦੀ ਵਰਤੋਂ ਕਰਦਾ ਹੋਇਆ 2 ਐਂਗਲੋ ਇੰਡੀਅਨ ਮੈਂਬਰ ਕਰਦਾ ਹੈ। ਹੁਣ ਐਂਗਲੋ ਇੰਡੀਅਨ ਕੀ ਹੁੰਦਾ ਹੈ ਜੀ? ਜਿਹਦੇ ਮਾਤਾ ਜਾਂ ਪਿਤਾ ਦੇ ਵਿੱਚੋਂ ਇੱਕ ਵਿਅਕਤੀ ਕੀ ਹੋਵੇ? ਯੂਰਪ ਦਾ ਹੋਵੇ, ਯੂਰਪੀਅਨ ਹੋਵੇ। ਠੀਕ ਹੈ, ਉਹਦੀ ਔਲਾਦ ਕੀ ਬਣਦੀ ਹੈ? ਫਿਰ ਉਹਦੀ ਔਲਾਦ ਬਣਦੀ ਹੈ ਐਂਗਲੋ ਇੰਡੀਅਨ। ਠੀਕ ਹੈ, ਤਾਂ ਇਹਨਾਂ ਨੂੰ ਰਾਸ਼ਟਰਪਤੀ ਕੀ ਕਰਦਾ ਜੀ? ਲੋਕ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਕੀ ਕਰਦਾ ਹੁੰਦਾ ਹੈ? ਆਰਟੀਕਲ 331 ਦੀ ਵਰਤੋਂ ਕਰਦਾ ਹੋਇਆ 2 ਐਂਗਲੋ ਇੰਡੀਅਨ ਮੈਂਬਰ ਨਾਮਜ਼ਦ ਕਰਦਾ। ਪਰ 2015 ਜਾਂ 16 ਤੋਂ ਬਾਅਦ ਦੀ ਅਪਾਇੰਟਮੈਂਟ ਜਿਹੜੀ ਹੈ ਨਹੀਂ ਕੀਤੀ ਗਈ ਹੈਗੀ। ਠੀਕ ਹੈ, ਇਸੇ ਤਰ੍ਹਾਂ ਸਾਡਾ ਜਿਹੜਾ ਰਾਸ਼ਟਰਪਤੀ ਹੈ ਉਹ ਰਾਜ ਸਭਾ 'ਚ ਕੀ ਕਰਦਾ ਹੈ? ਆਰ ਮੀਨਸ ਰਾਜ ਸਭਾ, ਇਹਦੀਆਂ ਵਿਧਾਨਕ ਸ਼ਕਤੀਆਂ ਨੇ ਜੀ। ਠੀਕ ਹੈ, ਤਾਂ ਰਾਜ ਸਭਾ ਦੇ ਵਿੱਚ ਕੀ ਕਰਦਾ ਰਾਸ਼ਟਰਪਤੀ? ਰਾਸ਼ਟਰਪਤੀ 12 ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ। 12 ਮੈਂਬਰਾਂ ਨੂੰ ਨੋਮੀਨੇਟ ਕਰਦਾ ਹੈ, ਨਾਮਜ਼ਦ ਕਰਦਾ ਹੈ। ਠੀਕ ਹੈ ਜੀ, ਤਾਂ ਇਹ 12 ਮੈਂਬਰ ਕਿਹੜੇ ਸੈਕਟਰ 'ਚ ਹੁੰਦੇ ਨੇ? ਇਹ ਹੁੰਦੇ ਜੀ ਸਮਾਜ ਸੇਵਾ, ਕਲਾ, ਸਮਾਜ ਸੇਵਾ, ਕਲਾ, ਵਿਗਿਆਨ ਤੇ ਸਾਹਿਤ। ਠੀਕ ਹੈ, ਤਾਂ ਸਾਹਿਤ ਦੇ ਖੇਤਰ ਦੇ ਵਿੱਚੋਂ 4 ਸੈਕਟਰ ਨੇ ਇਹ, ਸਮਾਜ ਸੇਵਾ, ਕਲਾ, ਵਿਗਿਆਨ ਤੇ ਸਾਹਿਤ ਦਾ ਖੇਤਰ ਹੈ। ਤਾਂ ਇਹਨਾਂ ਦੇ ਵਿੱਚੋਂ ਰਾਸ਼ਟਰਪਤੀ 12 ਵਿਅਕਤੀਆਂ ਨੂੰ ਕੀ ਕਰਦਾ? ਨਾਮਜ਼ਦ ਕਰਦਾ ਹੁੰਦਾ ਹੈ। ਠੀਕ ਹੈ, ਤਾਂ ਇਹ ਰਾਸ਼ਟਰਪਤੀ ਦੀ ਨੋਮੀਨੇਟ ਕਰਨ ਦੀ ਪਾਵਰ ਹੈ ਵਿਧਾਨਕ ਸ਼ਕਤੀਆਂ ਦੇ ਵਿੱਚ। ਇਸ ਤੋਂ ਇਲਾਵਾ ਹੋਰ ਦੇਖਦੇ ਹਾਂ ਆਪਾਂ ਵੀ ਸੰਸਦ ਸੰਬੰਧੀ ਹੋਰ ਕੀ ਸ਼ਕਤੀਆਂ ਨੇ। ਦੇਖੋ ਜਿਹੜਾ ਸੰਸਦ ਦਾ ਸੈਸ਼ਨ ਹੈ, ਜਿਹੜਾ ਸੰਸਦ ਦਾ ਸੈਸ਼ਨ ਹੈ ਇਹ ਸਾਡੇ ਰਾਸ਼ਟਰਪਤੀ ਦੁਆਰਾ ਬੁਲਾਇਆ ਜਾਂਦਾ ਹੈ।
ਰਾਸ਼ਟਰਪਤੀ ਦੁਆਰਾ ਬੁਲਾਇਆ ਜਾਂਦਾ ਹੈ। ਮਤਲਬ ਭਾਵੇਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਇਹਨੂੰ ਕਰਦਾ ਕੌਣ ਹੈ, ਸਾਡਾ ਕਰਦਾ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਮੰਤਰੀ ਪ੍ਰੀਸ਼ਦ ਕਰਦੀ ਹੈ। ਠੀਕ ਹੈ, ਜਿਹੜਾ ਰਾਸ਼ਟਰਪਤੀ ਦੁਆਰਾ ਬੁਲਾਇਆ ਜਾਂਦਾ ਸੈਸ਼ਨ। ਠੀਕ ਹੈ, ਸਾਲ ਦੇ ਵਿੱਚ ਆਪਾਂ 3 ਸੈਸ਼ਨ ਪੜਾਂਗੇ ਬਾਅਦ ਦੇ ਵਿੱਚ। ਠੀਕ ਹੈ, ਇੱਕ ਬਜਟ ਸੈਸ਼ਨ ਹੁੰਦਾ, ਇੱਕ ਮੌਨਸੂਨ ਸੈਸ਼ਨ ਹੁੰਦਾ ਤੇ ਇੱਕ ਸਰਦ ਰੁੱਤ ਦਾ ਸੈਸ਼ਨ ਹੁੰਦਾ। ਠੀਕ ਹੈ, ਤਾਂ 3 ਸੈਸ਼ਨ ਲੱਗਦੇ ਨੇ ਸਾਲ ਦੇ ਵਿੱਚ, ਤੇ ਇਹਨਾਂ ਨੂੰ ਬੁਲਾਉਣ ਦੀ ਜਿਹੜੀ ਪਾਵਰ ਹੈ ਕਿਹਦੇ ਕੋਲ ਹੁੰਦੀ ਹੈ, ਉਹ ਭਾਰਤ ਦੇ ਰਾਸ਼ਟਰਪਤੀ ਕੋਲ ਹੁੰਦੀ। ਇਸ ਤੋਂ ਇਲਾਵਾ ਭਾਰਤ ਦਾ ਰਾਸ਼ਟਰਪਤੀ ਕੀ ਕਰਦਾ ਹੈ, ਭਾਰਤ ਦਾ ਰਾਸ਼ਟਰਪਤੀ ਜਿਹੜਾ ਸਾਲ ਦੇ ਵਿੱਚ ਪਹਿਲਾ ਸੈਸ਼ਨ ਆਉਂਦਾ ਹੈ, ਹੁਣ ਸਾਲ ਦੇ ਵਿੱਚ ਪਹਿਲਾ ਸੈਸ਼ਨ ਕਿਹੜਾ ਆਉਂਦਾ, ਬਜਟ ਸੈਸ਼ਨ। ਠੀਕ ਹੈ, ਜਾਂ ਤਾਂ ਬਜਟ ਸੈਸ਼ਨ ਆਊਗਾ ਜਾਂ ਫਿਰ ਕੋਈ ਵੀ ਨਵੀਂ ਸਰਕਾਰ ਚੁਣ ਕੇ ਆਉਂਦੀ ਹੈ, ਉਹ ਜਦੋਂ ਵੀ ਸਰਕਾਰ ਚੁਣ ਕੇ ਆਉਂਦੀ ਹੈ, ਮੰਨ ਲਓ ਸਰਕਾਰ ਮਈ ਮਹੀਨੇ 'ਚ ਚੁਣ ਕੇ ਆਈ ਜਾਂ ਸਰਕਾਰ ਜੂਨ ਮਹੀਨੇ ਵਿੱਚ ਚੁਣ ਕੇ ਆਈ ਹੈ, ਤਾਂ ਸਰਕਾਰ ਦੇ ਪਹਿਲੇ ਸੈਸ਼ਨ ਨੂੰ ਕੌਣ ਸੰਬੋਧਿਤ ਕਰਦਾ ਹੁੰਦਾ, ਜਾਂ ਸਾਲ ਦਾ ਪਹਿਲਾ ਸੈਸ਼ਨ ਹੋਵੇ ਜਾਂ ਸਰਕਾਰ ਦਾ ਪਹਿਲਾ ਸੈਸ਼ਨ ਹੋਵੇ। ਠੀਕ ਹੈ, ਤਾਂ ਇਹਨੂੰ ਭਾਰਤ ਦਾ ਰਾਸ਼ਟਰਪਤੀ ਕੀ ਕਰਦਾ ਹੁੰਦਾ ਹੈ, ਸੰਬੋਧਿਤ ਕਰਦਾ ਹੁੰਦਾ, ਇਹਨੂੰ ਸੰਬੋਧਨ ਕਰਦਾ ਹੁੰਦਾ ਹੈ। ਇਸ ਤੋਂ ਇਲਾਵਾ ਸਾਡਾ ਰਾਸ਼ਟਰਪਤੀ, ਭਾਰਤ ਦਾ ਰਾਸ਼ਟਰਪਤੀ ਸਾਡੀ ਸੰਸਦ ਨੂੰ ਭੰਗ ਵੀ ਕਰ ਸਕਦਾ ਹੈ, ਸੰਸਦ ਨੂੰ ਭੰਗ ਕਰ ਸਕਦਾ ਹੈ। ਠੀਕ ਹੈ, ਜੇ ਉਹਨੂੰ ਲੱਗਦਾ ਹੈ ਵੀ ਜਿਹੜੀ ਸਾਡੀ ਮੰਤਰੀ ਪ੍ਰੀਸ਼ਦ ਹੈ ਇਹਦੇ ਕੋਲ ਬਹੁਮਤ ਨਹੀਂ ਹੈਗਾ, ਮੰਤਰੀ ਪ੍ਰੀਸ਼ਦ ਕੋਲ ਬਹੁਮਤ ਨਹੀਂ ਹੈ, ਤਾਂ ਫਿਰ ਕੀ ਹੋਊਗਾ, ਤਾਂ ਫਿਰ ਸਾਡਾ ਪ੍ਰਧਾਨ ਮੰਤਰੀ ਮੰਨ ਲਓ ਅਸਤੀਫਾ ਨਾ ਦੇਵੇ, ਤਾਂ ਫਿਰ ਕੀ ਕਰਦਾ, ਫਿਰ ਰਾਸ਼ਟਰਪਤੀ ਉਹ ਸੰਸਦ ਨੂੰ ਕੀ ਕਰ ਦੂਗਾ, ਭੰਗ ਕਰ ਦੂਗਾ। ਠੀਕ ਹੈ, ਤਾਂ ਇਹ ਪਾਵਰ ਕਿਹਦੇ ਕੋਲ ਹੁੰਦੀ ਹੈ, ਸਾਡੇ ਇਹ ਰਾਸ਼ਟਰਪਤੀ ਕੋਲ ਪਾਵਰ ਹੁੰਦੀ ਹੈ। ਠੀਕ ਹੈ, ਇਸ ਤੋਂ ਇਲਾਵਾ ਸੰਸਦ ਦੇ ਜਿੰਨੇ ਵੀ ਸੈਸ਼ਨ ਹੁੰਦੇ ਨੇ, ਸੈਸ਼ਨ ਨੂੰ ਖਤਮ ਕਰਨਾ ਹੈ, ਠੀਕ ਹੈ, ਜਾਂ ਸੈਸ਼ਨ ਨੂੰ ਬੁਲਾਉਣਾ ਹੈ, ਬੁਲਾਉਣ ਦੀ ਪਾਵਰ ਤਾਂ ਆਪਾਂ ਦੇਖ ਹੀ ਚੁੱਕੇ ਹਾਂ। ਸੈਸ਼ਨ ਨੂੰ ਖਤਮ ਕਰਨ ਦੀ ਪਾਵਰ ਵੀ ਕਿਹਦੇ ਕੋਲ ਹੁੰਦੀ ਹੈ, ਭਾਰਤ ਦੇ ਰਾਸ਼ਟਰਪਤੀ ਕੋਲੇ ਹੁੰਦੀ ਹੈ। ਠੀਕ ਹੈ, ਇੱਕ ਹੋਰ ਚੀਜ਼ ਆਪਾਂ ਪੜਾਂਗੇ ਜਾ ਕੇ, ਉਹ ਦੇਖਾਂਗੇ ਵੀ ਸੈਸ਼ਨ ਨੂੰ ਸਸਪੈਂਡ ਕਰਨ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਲੋਕ ਸਭਾ ਸਪੀਕਰ ਕੋਲੇ ਜਾਂ ਫਿਰ ਰਾਜ ਸਭਾ ਦੇ ਸਭਾਪਤੀ ਕੋਲੇ ਹੁੰਦੀ ਹੈ, ਪਰ ਸੈਸ਼ਨ ਨੂੰ ਖਤਮ ਕਰਨ ਦੀ ਜਿਹੜੀ ਪਾਵਰ ਹੁੰਦੀ ਹੈ ਤੇ ਬੁਲਾਉਣ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਭਾਰਤ ਦੇ ਰਾਸ਼ਟਰਪਤੀ ਕੋਲੇ ਹੁੰਦੀ ਹੈ। ਹੁਣ ਦੇਖੋ, ਆਪਾਂ ਇੱਕ ਹੋਰ ਗੱਲ ਕੀਤੀ ਸੀ ਇਹਦੇ ਵਿੱਚ ਵੀ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਸਾਡੀ ਸੰਸਦ ਦਾ ਇੱਕ ਮਹੱਤਵਪੂਰਨ ਅੰਗ ਹੈ। ਰਾਸ਼ਟਰਪਤੀ ਆਰਟੀਕਲ 111 ਅਨੁਛੇਦ 111 ਦੇ ਤਹਿਤ ਕਿਸੇ ਬਿੱਲ ਨੂੰ ਮਨਜ਼ੂਰੀ ਪ੍ਰਦਾਨ ਕਰਦਾ ਹੈ, ਬਿੱਲ ਨੂੰ ਕੀ ਕਰਦਾ ਹੈ, ਮਨਜ਼ੂਰੀ ਪ੍ਰਦਾਨ ਕਰਦਾ ਹੈ। ਠੀਕ ਹੈ ਜੀ, ਪ੍ਰਦਾਨ ਕਰਦਾ ਹੈ। ਜੇ ਰਾਸ਼ਟਰਪਤੀ ਕਿਸੇ ਬਿੱਲ ਦੇ ਉੱਪਰ ਸਾਈਨ ਕਰ ਦਿੰਦਾ ਹੈ, ਇਹ ਸਾਈਨ ਕਰਤੇ, ਠੀਕ ਹੈ ਜੀ, ਤਾਂ ਉਹ ਬਿੱਲ ਕੀ ਬਣ ਜਾਂਦਾ ਹੈ, ਉਹ ਬਿੱਲ ਕਾਨੂੰਨ ਬਣ ਜਾਂਦਾ ਹੈ, ਕਾਨੂੰਨ ਬਣ ਜਾਂਦਾ ਉਹ। ਠੀਕ ਹੈ, ਉਹ ਬਿੱਲ ਕੀ ਬਣ ਜਾਂਦਾ, ਕਾਨੂੰਨ ਬਣ ਜਾਂਦਾ ਹੈ। ਪਰ ਜੇ ਰਾਸ਼ਟਰਪਤੀ ਸਾਈਨ ਨਾ ਕਰੇ ਫਿਰ ਕੀ ਹੋ ਜਾਊਗਾ, ਹੈ ਨਾ, ਰਾਸ਼ਟਰਪਤੀ ਮਰਜ਼ੀ ਹੈ ਬਈ, ਰਾਸ਼ਟਰਪਤੀ ਅਗਲਾ ਹਨ ਨਹੀਂ ਕਰ ਸਕਦਾ ਸਾਈਨ, ਨਹੀਂ ਕਰਦਾ, ਮਰਜ਼ੀ ਮੇਰੀ, ਹੈ ਨਾ। ਤਾਂ ਵੈਸੇ ਦੇਖੋ, ਰਾਸ਼ਟਰਪਤੀ ਨੂੰ ਆਮ ਤੌਰ ਤੇ ਜਿਹੜੇ ਕਈ ਰਾਜਨੀਤਿਕ ਵਿਸ਼ਲੇਸ਼ਕ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਸਟੈਂਪ ਦੀ ਮੋਹਰ ਮੰਨਦੇ ਆ। ਠੀਕ ਹੈ, ਇਹਦੀ ਤੁਲਨਾ ਜਿਹੜੀ ਅਸੀਂ ਕਰਦੇ ਹੁੰਦੇ ਆ ਉਹ ਇੰਗਲੈਂਡ ਦੇ ਰਾਜੇ ਦੇ ਬਰਾਬਰ ਕਰਦੇ ਹੁੰਦੇ ਆ। ਜਿਵੇਂ ਇੰਗਲੈਂਡ ਦੇ ਰਾਜੇ ਕੋਲ ਕੋਈ ਪਾਵਰ ਨਹੀਂ ਹੈਗੀ, ਇਸੇ ਤਰ੍ਹਾਂ ਭਾਰਤ ਦੇ ਰਾਸ਼ਟਰਪਤੀ ਕੋਲ ਵੀ ਉਹ ਮੰਨਦੇ ਨੇ ਵੀ ਕੋਈ ਪਾਵਰ ਨਹੀਂ ਹੈਗੀ। ਠੀਕ ਹੈ, ਪਰ ਆਪਾਂ ਫਿਰ ਵੀ ਦੇਖਾਂਗੇ, ਚਲੋ ਭਾਰਤ ਦੇ ਰਾਸ਼ਟਰਪਤੀ ਕੋਲ ਕੁਝ ਨਾ ਕੁਝ ਪਾਵਰ ਜ਼ਰੂਰ ਹੁੰਦੀ ਹੈ। ਠੀਕ ਹੈ, ਚਲੋ, ਤਾਂ ਜੇ ਰਾਸ਼ਟਰਪਤੀ ਨੇ ਕਿਸੇ ਬਿੱਲ ਦੇ ਉੱਪਰ ਸਾਈਨ ਨਾ ਕਰਨੇ ਹੋਣ ਤਾਂ ਕੀ ਇਹ ਪੋਸੀਬਲ ਹੈ? ਹਾਂ, ਇਹ ਪੋਸੀਬਲ ਹੋ ਸਕਦਾ ਹੈ। ਠੀਕ ਹੈ, ਕਿਵੇਂ ਪੋਸੀਬਲ ਹੈ? ਕਿਉਂਕਿ ਸਾਡੇ ਸੰਵਿਧਾਨ ਨੇ ਰਾਸ਼ਟਰਪਤੀ ਨੂੰ 3 ਵੀਟੋ ਪਾਵਰ ਦਿੱਤੀਆਂ ਨੇ। ਵੀਟੋ ਪਾਵਰ, ਵੀਟੋ ਜਿਹੜਾ ਵੀਟੋ ਸ਼ਬਦ ਹੈ ਇਹ ਇੱਕ ਲੈਟਿਨ ਭਾਸ਼ਾ ਦਾ ਸ਼ਬਦ ਹੈ, ਲਤੀਨੀ ਭਾਸ਼ਾ ਦਾ ਸ਼ਬਦ ਹੈ ਇਹ, ਲਤੀਨੀ ਭਾਸ਼ਾ। ਇਹਦਾ ਮਤਲਬ ਹੁੰਦਾ ਰੋਕਣਾ। ਤਾਂ ਕੀ ਰਾਸ਼ਟਰਪਤੀ ਕਿਸੇ ਬਿੱਲ ਨੂੰ ਰੋਕ ਵੀ ਸਕਦਾ ਹੈ? ਹਾਂ, ਰਾਸ਼ਟਰਪਤੀ ਕਿਸੇ ਬਿੱਲ ਨੂੰ ਰੋਕ ਸਕਦਾ ਹੈ, ਰੋਕ ਸਕਦਾ ਹੈ। ਰਾਸ਼ਟਰਪਤੀ ਕਿਸੇ ਬਿੱਲ ਨੂੰ ਕਿਵੇਂ ਰੋਕ ਸਕਦਾ ਹੈ? ਦੇਖੋ ਜੀ, ਤਾਂ ਸਾਡੇ ਸੰਵਿਧਾਨ ਨੇ ਰਾਸ਼ਟਰਪਤੀ ਨੂੰ 3 ਸ਼ਕਤੀਆਂ ਦਿੱਤੀਆਂ ਨੇਗੀਆਂ, 3 ਵੀਟੋ ਸ਼ਕਤੀਆਂ ਦਿੱਤੀਆਂ ਨੇਗੀਆਂ। ਉਹ ਵੀਟੋ ਸ਼ਕਤੀਆਂ ਕਿਹੜੀਆਂ ਕਿਹੜੀਆਂ ਨੇ ਜੀ? ਪਹਿਲੀ ਵੀਟੋ ਸ਼ਕਤੀ ਹੈਗੀ ਹੈ ਐਬਸੋਲਿਊਟ, ਐਬਸੋਲਿਊਟ ਸ਼ਕਤੀ, ਐਬਸੋਲਿਊਟ ਪਾਵਰ। ਦੂਸਰੀ ਹੈਗੀ ਸਸਪੈਂਸ਼ਨ ਪਾਵਰ, ਇਹਨੂੰ ਬੋਲਦੇ ਸੀ ਸਸਪੈਂਡ ਕਰਨਾ ਜਾਂ ਨਿਲੰਬਨਕਾਰੀ। ਠੀਕ ਹੈ, ਤੇ ਤੀਸਰੀ ਪਾਵਰ ਹੈਗੀ ਇਹਦੀ ਪਾਕਟ ਵੀਟੋ, ਜੇਬੀ ਵੀਟੋ ਜਿਹਨੂੰ ਬੋਲਦੇ ਨੇ ਆਪਾਂ। ਠੀਕ ਹੈ, ਤਾਂ ਇਹਨੂੰ ਡਿਟੇਲ ਦੇ ਵੀ ਸਮਝਾਂਗੇ ਜੀ ਵੀ ਐਬਸੋਲਿਊਟ ਸ਼ਕਤੀ ਕੀ ਹੁੰਦੀ ਹੈ, ਸਸਪੈਂਸ਼ਨ ਸ਼ਕਤੀ ਕੀ ਹੁੰਦੀ ਹੈ, ਜਾਂ ਪਾਕਟ ਸ਼ਕਤੀ ਕੀ ਹੁੰਦੀ ਹੈ ਇਹਦੀ। ਠੀਕ ਹੈ, ਤਾਂ ਕਿਸੇ ਬਿੱਲ ਨੂੰ ਰੋਕਣ ਦੀ ਜਿਹੜੀ ਪਾਵਰ ਹੁੰਦੀ ਹੈ ਉਹਨੂੰ ਅਸੀਂ ਵੀਟੋ ਪਾਵਰ ਬੋਲਦੇ ਹਾਂ। ਤਾਂ ਰਾਸ਼ਟਰਪਤੀ ਕੋਲ ਸਾਡੇ 3 ਪ੍ਰਕਾਰ ਦੀ ਵੀਟੋ ਹੈ। ਅਮਰੀਕਾ ਦੇ ਰਾਸ਼ਟਰਪਤੀ ਕੋਲ 4 ਪ੍ਰਕਾਰ ਦੀ ਵੀਟੋ ਹੁੰਦੀ ਹੈ, ਸਾਡੇ ਰਾਸ਼ਟਰਪਤੀ ਕੋਲ 3 ਪ੍ਰਕਾਰ ਦੀ ਵੀਟੋ ਹੁੰਦੀ ਹੈ। ਠੀਕ ਹੈ, ਕਲੀਅਰ? ਤਾਂ ਇਹਨੂੰ ਡਿਟੇਲ ਦੇ ਵਿੱਚ ਸਮਝਦੇ ਹਾਂ ਆਪਾਂ ਕੀ ਕਹਿੰਦਾ ਹੈ ਜਿਹੜਾ ਸਾਡੇ ਰਾਸ਼ਟਰਪਤੀ ਨੂੰ ਇਹ ਸ਼ਕਤੀਆਂ ਮਿਲੀਆਂ ਨੇ, ਤਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਕਿਹਦੀ? ਐਬਸੋਲਿਊਟ ਪਾਵਰ ਦੀ। ਐਬਸੋਲਿਊਟ, ਠੀਕ ਹੈ। ਦੇਖੋ, ਐਬਸੋਲਿਊਟ ਪਾਵਰ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜਿਹੜੇ ਸਾਡੇ ਸੰਸਦ ਮੈਂਬਰ ਹੁੰਦੇ ਨੇ, ਮੈਂਬਰ ਆਫ ਪਾਰਲੀਮੈਂਟ ਹੁੰਦੇ ਨੇ,
ਤਾਂ ਇਹ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਹੁੰਦੇ ਨੇ ਸਰਕਾਰੀ ਮੈਂਬਰ ਤੇ ਇੱਕ ਹੁੰਦੇ ਨੇ ਗੈਰ ਸਰਕਾਰੀ ਮੈਂਬਰ। ਹੁਣ ਇਹ ਸਰਕਾਰੀ ਮੈਂਬਰ ਕੀ ਹੈ ਤੇ ਗੈਰ ਸਰਕਾਰੀ ਮੈਂਬਰ ਕੀ ਹੈ? ਜਿੰਨੇ ਵੀ ਮੰਤਰੀ ਹੋਣਗੇ ਉਹਨੂੰ ਅਸੀਂ ਮੰਨਦੇ ਹਾਂ ਸਰਕਾਰੀ ਮੈਂਬਰ। ਜਿਹੜੇ ਮੰਤਰੀ ਨਹੀਂ ਹੋਣਗੇ ਠੀਕ ਹੈ, ਜਿਵੇਂ ਹੁਣ ਪੰਜਾਬ ਦੇ ਆਪਾਂ ਮੈਂਬਰ ਆਫ ਪਾਰਲੀਮੈਂਟ ਦੀ ਐਗਜ਼ਾਮਪਲ ਲਈਏ, ਠੀਕ ਹੈ, ਜਿਵੇਂ ਭਗਵੰਤ ਮਾਨ ਹੈ, ਤਾਂ ਭਗਵੰਤ ਮਾਨ ਸਰਕਾਰੀ ਮੈਂਬਰ ਹੈ? ਨਹੀਂ, ਸਰਕਾਰੀ ਮੈਂਬਰ ਨਹੀਂ ਹੈਗਾ, ਕਿਉਂਕਿ ਇਹ ਮੰਤਰੀ ਨਹੀਂ ਹੈਗਾ। ਬੀਬਾ ਹਰਸਿਮਰਤ ਕੌਰ ਬਾਦਲ ਪਹਿਲਾਂ ਸਰਕਾਰੀ ਮੈਂਬਰ ਸੀਗੇ, ਪਰ ਹੁਣ ਉਹ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ, ਇਸ ਕਰਕੇ ਉਹ ਸਰਕਾਰੀ ਮੈਂਬਰ ਨਹੀਂ ਹੈਗੇ, ਉਹ ਸਰਕਾਰੀ ਮੈਂਬਰ ਨਹੀਂ ਹੈਗੇ। ਠੀਕ ਹੈ, ਜਿੰਨੇ ਵੀ ਹੁਣ ਗ੍ਰਹਿ ਮੰਤਰੀ ਹੈ ਉਹ ਕੀ ਹੈ? ਉਹ ਸਰਕਾਰੀ ਮੈਂਬਰ ਹੈ, ਹਨਾ। ਜਿਹੜੇ ਮੰਤਰੀ ਨਹੀਂ ਹੈਗੇ ਉਹ ਮੈਂਬਰ ਆਫ ਪਾਰਲੀਮੈਂਟ ਤਾਂ ਹੈਗੇ ਨੇ, ਪਰ ਉਹ ਅਸੀਂ ਉਹਨੂੰ ਕਿਸ ਕੈਟਾਗਰੀ 'ਚ ਰੱਖਦੇ ਹਾਂ? ਉਹਨਾਂ ਨੂੰ ਅਸੀਂ ਗੈਰ ਸਰਕਾਰੀ कैटेगरी च रखते होंगे। ठीक है, इस प्रकार जे कोई मंत्री बिल पेश करूगा तो उस बिल में असीं की कहांगे सरकारी बिल, तो जे कोई गैर सरकारी बंदा पेश करूगा या मैंबर पेश करूगा तो उस बिल में असीं की कहांगे? उन्होंने असीं कहांगे एक गैर सरकारी बिल है। ठीक है, तो हुण इन्हां गल्लां नूं आपां समझिआ, हुण आपां समझांगे एब्सोल्यूट शक्ति की हुंदी है, एब्सोल्यूट पावर की हुंदी है। आपां हुण गल करदे हां वीटो पावर दी। ठीक है जी, तो एब्सोल्यूट जिहड़ी शक्ति है, एब्सोल्यूट वीटो है, राष्ट्रपति ये दो कंडीशन दे विच अप्लाई कर सकदा हैगा। ठीक है, मतलब ऐ नहीं है भी राष्ट्रपति ने एब्सोल्यूट वीटो लाउणी है, हर बिल के उपर लाउणी है। ठीक है, राष्ट्रपति वीटो ला भी सकता है, राष्ट्रपति वीटो नहीं भी ला सकता है। ठीक है, राष्ट्रपति की मर्जी होंगी है। तो दो कंडीशनस किहड़ियां ने जी? राष्ट्रपति वीटो का इस्तेमाल कर सकता है। ठीक है, हुण ये नहीं है भी राष्ट्रपति वीटो का इस्तेमाल करूगा ही करूगा, इस गल का ध्यान रखो भी राष्ट्रपति हर बिल के उपर वीटो का इस्तेमाल नहीं करता है। आपां गल करांगे भी किन्ने वारी हुण तक राष्ट्रपति ने एब्सोल्यूट वीटो का इस्तेमाल किया, किन्ने वारी पॉकेट का इस्तेमाल किया, तो किन्ने वारी उन्हें सस्पेंशन वीटो का इस्तेमाल किया। ठीक है, तो एब्सोल्यूट वीटो किस कंडीशन 'च लगती है जी? पहली कंडीशन की होंदी है भी जेकर कोई बिल गैर सरकारी बिल होवे। ठीक है जी, जेकर कोई बिल गैर सरकारी बिल होवे तां उस कंडीशन दे विच राष्ट्रपति उस बिल दे उपर एब्सोल्यूट वीटो ला सकदा है। ठीक है जी, जे एब्सोल्यूट वीटो किसी बिल के उपर लग गई तो बिल उत्थे की हो जाता है? वह बिल उत्थे खत्म हो जाता है। ठीक है जी, वह बिल उत्थे ऑटोमैटिक ही हो जाता, खत्म हो जाता है बिल। ठीक है, चलो, तो पहली कंडीशन की है? जेकर कोई बिल गैर सरकारी बिल होवे तो राष्ट्रपति उहदे उपर वीटो ला सकता है। हुण एक कंपलसरी नहीं है भी राष्ट्रपति लाऊगा इहदे उपर बिल, इस बिल के उपर वीटो लाऊगा। ठीक है, दूसरी कंडीशन की होंदी है? दूसरी कंडीशन होंदी है, हुण मैं थोड़ा डिटेल समझाना सानूं। ये फर्ज करो 2013 ਦੇ ਵਿੱਚ 2013 ਦੇ ਵਿੱਚ ਸਰਕਾਰ ਸੀਗੀ ਮਨਮੋਹਨ ਸਿੰਘ ਦੀ। ਮਨਮੋਹਨ ਸਿੰਘ ਸਾਡੇ ਪ੍ਰਧਾਨ ਮੰਤਰੀ ਸੀਗੇ, ਪ੍ਰਾਈਮ ਮਿਨਿਸਟਰ ਸੀਗੇ। ਇਹ ਕੋਈ ਬਿੱਲ ਲੈ ਕੇ ਆਏ, ABCD ਬਿੱਲ ਲੈ ਕੇ ਆਏ, ਮੰਨ ਲਓ A ਬਿੱਲ ਲੈ ਕੇ ਆਏ, ਇਹਨੂੰ A ਨਾਮ ਦਾ ਬਿੱਲ ਸੀ ਇਹ। ਠੀਕ ਹੈ, ਇਹਨਾਂ ਨੇ ਇਸ ਬਿੱਲ ਨੂੰ ਲੋਕ ਸਭਾ 'ਚ ਪਾਸ ਕਰਵਾ ਲਿਆ, ਇਹਨਾਂ ਨੇ ਇਸ ਬਿੱਲ ਨੂੰ ਰਾਜ ਸਭਾ ਦੇ ਵਿੱਚ ਪਾਸ ਕਰਵਾ ਲਿਆ। ਠੀਕ ਹੈ ਜੀ, ਬਿੱਲ ਕਿੱਥੇ ਚਲਿਆ ਗਿਆ? ਬਿੱਲ ਚਲਿਆ ਗਿਆ ਰਾਸ਼ਟਰਪਤੀ ਕੋਲੇ। ਹੁਣ ਰਾਸ਼ਟਰਪਤੀ ਕੋਲੇ ਇਹ ਬਿੱਲ ਪੈਂਡਿੰਗ है, हजे पेंडिंग है, राष्ट्रपति ने उपर साइन अजे नहीं किए है, इस बिल के उपर साइन नहीं किए, राष्ट्रपति को पेंडिंग हो गया। ठीक है, कुछ बिल होंगे ने इस तरह के ਜਿਹੜੇ ਲੋਕ ਸਭਾ ਪਾਸ ਕਰ ਦਿੰਦੀ ਹੈ, ਰਾਜ ਸਭਾ ਪਾਸ ਕਰ ਦਿੰਦੀ ਹੈ, ਜੇ ਉਹ ਬਿੱਲ ਰਾਸ਼ਟਰਪਤੀ ਕੋਲੇ ਚਲੇ ਜਾਵੇ ਤਾਂ ਉਹ ਬਿੱਲ ਖਤਮ ਨਹੀਂ ਹੁੰਦਾ ਹੈਗਾ। ਠੀਕ ਹੈ, ਤਾਂ ਇਸ ਤਰ੍ਹਾਂ ਇਹ ਬਿੱਲ ਕੀ ਹੋ ਗਿਆ? ਰਾਸ਼ਟਰਪਤੀ ਕੋਲੇ ਪੈਂਡਿੰਗ ਹੋ ਗਿਆ। ਠੀਕ ਹੈ, 2013 ਦਾ ਬਿੱਲ ਸੀ ਮੰਨ ਲਓ ਫੋਰ ਐਗਜ਼ਾਮਪਲ। ਇਸ ਤੋਂ ਬਾਅਦ ਬਿੱਲ ਕਾਫੀ ਸਮਾਂ ਰਾਸ਼ਟਰਪਤੀ ਕੋਲੇ ਪੈਂਡਿੰਗ ਪਿਆ ਰਿਹਾ, कोई बाउंडेशन नहीं होंगी कि राष्ट्रपति को किसी बिल के उपर साइन करने की। ठीक है ना, एक गल आपको क्लीयर होनी चाहिए भी राष्ट्रपति को जो भी कोई बिल चलाया जाता है, एक अद्धा बिल आप छड़ दें, जिवें हुण मनी बिल है, धन बिल है ना, तो उस बिल की बाउंडेशन होंगी हैगी। ठीक है, पर वो भी राष्ट्रपति की इच्छा के अकॉर्डिंग होता, क्योंकि राष्ट्रपति धन बिल के उपर पहला मंजूरी दे चुके होंगे। ठीक है, आप बाद डिटेल करांगे उसनूं। तो देखो जी, हुण बिल यह राष्ट्रपति को पेंडिंग पिया सीगा। 2014 ਦੇ ਵਿੱਚ ਕੀ ਹੋਇਆ? सरकार बदल गई तो प्रधानमंत्री कौन बन गया? नरेंद्र मोदी, नरेंद्र भाई मोदी बन गए प्रधानमंत्री। ठीक है जी, तो ये साडे प्राइम मिनिस्टर बन गए ये। ठीक है, हुण बिल पेंडिंग है। ठीक है, तो जिहड़ा नरेंद्र मोदी आई सरकार, नवीं सरकार बन के आई है, इनू ये बिल दे विच कुछ खामियां नज़र आईयां। ठीक है, इस बिल दे विच कुछ खामियां नज़र आईयां। जिहड़ा ये बिल सी ना, ये किसी मंत्री ने पेश किया सीगा। ठीक है, मंत्री मीनस भी यह बिल सरकारी बिल सीगा।
ਹੁਣ ਜੇ ਆਪਾਂ ਪਹਿਲੀ ਕੰਡੀਸ਼ਨ ਦੀ ਗੱਲ ਕਰਦੇ ਆਂ ਵੀ ਜੇ ਕੋਈ ਬਿੱਲ ਗੈਰ ਸਰਕਾਰੀ ਬਿੱਲ ਹੁੰਦਾ ਹੈ ਤਾਂ ਉਹਦੇ ਉੱਪਰ ਐਬਸੋਲੂਟ ਵੀਟੋ ਰਾਸ਼ਟਰਪਤੀ ਲਾ ਸਕਦਾ ਹੁੰਦਾ ਹੈ, ਪਰ ਜੇ ਕੋਈ ਬਿੱਲ ਸਰਕਾਰੀ ਬਿੱਲ ਹੋਊਗਾ ਤਾਂ ਰਾਸ਼ਟਰਪਤੀ ਉਹਦੇ ਉੱਪਰ ਵੀਟੋ ਦਾ ਇਸਤੇਮਾਲ ਨਹੀਂ ਕਰਦਾ ਹੈਗਾ ਹਨਾ। ਪਰ ਜਿਹੜਾ ਇਹ ਬਿੱਲ ਸੀ ਇਹ ਸਰਕਾਰੀ ਬਿੱਲ ਸੀਗਾ, ਇਹ ਬਿੱਲ ਕੀ ਸੀਗਾ? ਸਰਕਾਰੀ ਬਿੱਲ ਸੀਗਾ। ਠੀਕ ਹੈ, ਸਰਕਾਰੀ ਬਿੱਲ ਦੇ ਉੱਪਰ ਵੈਸੇ ਤਾਂ ਰਾਸ਼ਟਰਪਤੀ ਵੀਟੋ ਦਾ ਇਸਤੇਮਾਲ ਕਰ ਨਹੀਂ ਸਕਦਾ ਹੈਗਾ, ਪਰ ਇਹ ਬਿੱਲ ਕੀ ਹੋ ਗਿਆ? ਪੈਂਡਿੰਗ ਹੋ ਗਿਆ ਹਨਾ। ਪਿਛਲੀ ਸਰਕਾਰ ਨੇ ਬਿੱਲ ਨੂੰ ਪੇਸ਼ ਕੀਤਾ ਸੀਗਾ, ਹੁਣ ਨਵੀਂ ਸਰਕਾਰ ਆ ਕੇ ਇਹਦੇ ਉੱਪਰ ਵਿਚਾਰ ਕਰੂਗੀ। ਜੇ ਨਵੀਂ ਸਰਕਾਰ ਕਹਿ ਦਿੰਦੀ ਹੈ ਵੀ ਰਾਸ਼ਟਰਪਤੀ ਜੀ ਬਿੱਲ ਨੂੰ ਪਾਸ ਕਰ ਦਿਓ ਤਾਂ ਇਹ ਬਿੱਲ ਆਟੋਮੈਟਿਕ ਕੀ ਹੋ ਜਾਂਦਾ? ਪਾਸ ਹੋ ਜਾਂਦਾ ਹੈ। ਠੀਕ ਹੈ, ਜੇ ਸਰਕਾਰ ਨੂੰ ਲੱਗਦਾ ਹੈ ਵੀ ਇਸ ਬਿੱਲ ਦੇ ਵਿੱਚ ਕੋਈ ਨਾ ਕੋਈ ਖਾਮੀ ਹੈ, ਇਸ ਬਿੱਲ ਨੂੰ ਸੁਧਾਰਨਾ ਚਾਹੀਦਾ ਹੈਗਾ, ਫਿਰ ਅਸੀਂ ਇਹਨੂੰ ਰਾਸ਼ਟਰਪਤੀ ਮਨਜ਼ੂਰੀ ਦਿਵਾਵਾਂਗੇ, ਤਾਂ ਮੰਤਰੀ ਪਰਿਸ਼ਦ ਰਾਸ਼ਟਰਪਤੀ ਨੂੰ ਕਹਿ ਦਿੰਦਾ ਇਸ ਬਿੱਲ ਦੇ ਉੱਪਰ ਕੀ ਲਾ ਦਿਓ ਤੁਸੀਂ? ਐਬਸੋਲੂਟ ਵੀਟੋ ਲਾ ਦਿਓ। ਠੀਕ ਹੈ ਜੀ, ਤਾਂ ਉਹਦੇ ਉੱਪਰ ਐਬਸੋਲੂਟ ਵੀਟੋ ਲਾ ਦਿੱਤੀ ਜਾਂਦੀ ਹੈ। ਕਿਹਦੇ ਕਹਿਣ ਤੇ? ਇਹ ਨਵੀਂ ਸਰਕਾਰ ਦੇ ਕਹਿਣ ਤੇ ਲਾ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਤਾਂ ਦੋ ਕੰਡੀਸ਼ਨ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਵੀਟੋ ਦਾ ਇਸਤੇਮਾਲ ਕਰ ਸਕਦਾ ਹੈਗਾ। ਪਹਿਲੀ ਕੰਡੀਸ਼ਨ ਕੀ ਸੀ? ਵੀ ਜੇਕਰ ਕੋਈ ਬਿੱਲ ਗੈਰ ਸਰਕਾਰੀ ਬਿੱਲ ਹੋਵੇ ਤਾਂ ਰਾਸ਼ਟਰਪਤੀ ਲਾ ਸਕਦਾ ਹੈਗਾ, ਅਦਰਵਾਈਜ਼ ਜੇ ਸਰਕਾਰੀ ਬਿੱਲ ਹੋਊਗਾ ਤਾਂ ਨਹੀਂ ਲਾਊਗਾ ਉਹਦੇ ਉੱਪਰ। ਠੀਕ ਹੈ, ਪਰ ਦੂਸਰੀ ਕੰਡੀਸ਼ਨ ਆਪਾਂ ਕੀ ਗੱਲ ਕੀਤੀ ਹੈ ਵੀ ਜੇ ਪੁਰਾਣੀ ਸਰਕਾਰ ਨੇ ਬਿੱਲ ਪੇਸ਼ ਕੀਤਾ ਹੈਗਾ, ਰਾਸ਼ਟਰਪਤੀ ਕੋਲੇ ਬਿੱਲ ਪੈਂਡਿੰਗ ਪਿਆ ਹੈਗਾ ਤੇ ਉਹ ਨਵੀਂ ਸਰਕਾਰ ਆ ਕੇ ਕਹਿ ਦਿੰਦੀ ਹੈ ਵੀ ਤੁਸੀਂ ਇਸ ਬਿੱਲ ਨੂੰ ਪਾਸ ਨਹੀਂ ਕਰਨਾ ਹੈਗਾ, ਤਾਂ ਉਸ ਕੰਡੀਸ਼ਨ ਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਉਸ ਬਿੱਲ ਨੂੰ ਐਬਸੋਲੂਟ ਵੀਟੋ ਲਾ ਕੇ ਖਤਮ ਕਰ ਦਿੰਦਾ ਹੈ, ਉਹਨੂੰ ਆਟੋਮੈਟਿਕ ਹੀ ਹੋ ਜਾਂਦਾ, ਉਹਦਾ ਖਾਤਮਾ ਹੋ ਜਾਂਦਾ ਇਸ ਬਿੱਲ ਦਾ। ਠੀਕ ਹੈ, ਕਲੀਅਰ ਜੀ। ਤਾਂ ਦੋ ਕੰਡੀਸ਼ਨ ਦੇ ਵਿੱਚ ਲੱਗਦਾ ਹੁੰਦਾ ਹੈ, ਰੇਅਰ ਇਨ ਦਾ ਰੇਅਰ ਕੇਸਿਸ ਦੇ ਵਿੱਚ ਲੱਗਦਾ ਹੁੰਦਾ ਹੈ। ਹੁਣ ਤੱਕ ਆਪਾਂ ਦੇਖਦੇ ਹਾਂ ਜੀ ਕਿੰਨੇ ਵਾਰ ਸਾਡੇ ਬਿੱਲ ਦੇ ਉੱਪਰ ਇਹ ਵੀਟੋ ਦਾ ਇਸਤੇਮਾਲ ਜਿਹੜਾ ਉਹ ਕੀਤਾ ਗਿਆ ਹੈਗਾ। ਠੀਕ ਹੈ, ਜਿਹੜੀ ਐਬਸੋਲੂਟ ਵੀਟੋ ਹੈਗੀ ਇਹ 1954 ਦੇ ਵਿੱਚ ਕੀਤਾ ਸੀ ਇੱਕ ਵਾਰ ਵੀਟੋ। ਪੈਪਸੂ ਬਿੱਲ ਆਇਆ ਸੀਗਾ, ਪੈਪਸੂ ਜਿਹੜੀਆਂ ਭਾਰਤ ਪੰਜਾਬ ਦੀਆਂ ਸਟੇਟ ਸੀਗੀਆਂ ਪੈਪਸੂ ਇਹ। ਠੀਕ ਹੈ, ਜਿਵੇਂ ਪਟਿਆਲਾ, ਨਾਭਾ, ਜੀਂਦ ਰਿਆਸਤ ਵਗੈਰਾ ਸੀਗੀਆਂ, ਪੈਪਸੂ ਸਟੇਟ ਸੀਗੀਆਂ ਇਹ। ਤਾਂ ਪੈਪਸੂ ਬਿੱਲ ਜਿਹੜਾ 1954 ਦਾ ਆਇਆ ਸੀਗਾ, ਇਹਦੇ ਉੱਪਰ ਡਾਕਟਰ ਰਾਜਿੰਦਰ ਪ੍ਰਸਾਦ ਨੇ ਕੀ ਕੀਤਾ ਸੀਗਾ? ਡਾਕਟਰ ਰਾਜਿੰਦਰ ਪ੍ਰਸਾਦ ਨੇ ਇਹਦੇ ਉੱਪਰ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਸੀਗਾ। ਠੀਕ ਹੈ ਜੀ, ਤਾਂ ਹੁਣ ਤੱਕ ਸਿਰਫ ਇੱਕ ਵਾਰੀ ਵੀਟੋ ਦਾ ਇਸਤੇਮਾਲ ਹੋਇਆਗਾ ਜੀ, ਜਿਹੜੀ ਸਾਡੀ ਸਸਪੈਂਸ਼ਨ ਵੀਟੋ ਸੌਰੀ ਐਬਸੋਲੂਟ ਵੀਟੋ ਹੈ, ਮੇਰੇ ਮੂੰਹ ਚੋਂ ਨਿਕਲ ਗਿਆ ਹੋਊਗਾ। ਤਾਂ ਐਬਸੋਲੂਟ ਵੀਟੋ ਦਾ ਇਸਤੇਮਾਲ ਸਿਰਫ ਇੱਕ ਵਾਰੀ ਹੋਇਆਗਾ ਹੁਣ ਤੱਕ। ਕਦੋਂ ਹੋਇਆ ਜੀ ਇਹ ਹੋਇਆ ਪੈਪਸੂ ਬਿੱਲ ਦੇ ਉੱਪਰ, ਜਿਹੜਾ ਡਾਕਟਰ ਰਾਜਿੰਦਰ ਪ੍ਰਸਾਦ ਨੇ ਇਸ ਬਿੱਲ ਦੇ ਉੱਪਰ ਕੀਤਾ ਸੀਗਾ। ਠੀਕ ਹੈ, ਕਲੀਅਰ। ਚਲੋ ਨੈਕਸਟ ਹੈਗਾ ਜੀ ਦੂਸਰਾ ਜਿਹੜਾ ਵੀਟੋ ਪਾਵਰ ਹੈ ਉਹ ਹੈਗਾ ਸਸਪੈਂਸ਼ਨ ਵੀਟੋ। ਇਹਨੂੰ ਅਸੀਂ ਬੋਲਦੇ ਹਾਂ ਨਿਲੰਬਨਕਾਰੀ ਵੀਟੋ। ਨਿਲੰਬਨਕਾਰੀ ਵੀਟੋ। ਠੀਕ ਹੈ ਜੀ, ਹੁਣ ਇਹ ਨਿਲੰਬਨਕਾਰੀ ਵੀਟੋ ਰਾਸ਼ਟਰਪਤੀ ਕਦੋਂ ਇਸਤੇਮਾਲ ਕਰਦਾ ਹੈ? ਹੁਣ ਫਰਜ਼ ਕਰੋ ਇਹ ਬਿੱਲ ਕਿਸੇ ਮੰਤਰੀ ਨੇ ਪੇਸ਼ ਕੀਤਾ ਹੈ। ਜਦੋਂ ਕੋਈ ਬਿੱਲ ਮੰਤਰੀ ਪੇਸ਼ ਕਰਦਾ ਹੁੰਦਾ ਹੈ ਤਾਂ ਇਹ ਬਿੱਲ ਕੀ ਬਣ ਜਾਂਦਾ ਹੈ? ਇਹ ਬਿੱਲ ਬਣ ਜਾਂਦਾ ਹੈ ਸਰਕਾਰੀ ਬਿੱਲ। ਤਾਂ ਕੀ ਰਾਸ਼ਟਰਪਤੀ ਸਰਕਾਰੀ ਬਿੱਲ ਦੇ ਉੱਪਰ ਐਬਸੋਲੂਟ ਵੀਟੋ ਦਾ ਇਸਤੇਮਾਲ ਕਰ ਸਕਦਾ ਹੈਗਾ? ਰਾਸ਼ਟਰਪਤੀ ਐਬਸੋਲੂਟ ਵੀਟੋ ਦਾ ਇਸਤੇਮਾਲ ਨਹੀਂ ਕਰ ਸਕਦਾ। ਠੀਕ ਹੈ ਜੀ, ਕਿਉਂਕਿ ਸਾਨੂੰ ਪਤਾ ਹੈ ਵੀ ਐਬਸੋਲੂਟ ਵੀਟੋ ਦਾ ਇਸਤੇਮਾਲ ਦੋ ਕੰਡੀਸ਼ਨ ਦੇ ਵਿੱਚ ਹੁੰਦਾ ਹੈ। ਪਹਿਲੀ ਕੰਡੀਸ਼ਨ ਦਾ ਦੇਖੋ, ਦੂਸਰੀ ਕੰਡੀਸ਼ਨ ਦਾ ਬਣਦੀ ਨਹੀਂ ਇਹਦੇ ਵਿੱਚ। ਠੀਕ ਹੈ, ਪਹਿਲੀ ਕੰਡੀਸ਼ਨ ਦੇ ਵਿੱਚ ਕੀ ਹੋਊਗਾ ਵੀ ਜੇ ਕਿਸੇ ਗੈਰ ਸਰਕਾਰੀ ਬੰਦੇ ਨੇ ਪੇਸ਼ ਕੀਤਾ ਹੈਗਾ ਜਾਂ ਗੈਰ ਸਰਕਾਰੀ ਮੈਂਬਰ ਨੇ ਪੇਸ਼ ਕੀਤਾ ਉਸ ਬਿੱਲ ਨੂੰ, ਤਾਂ ਉਹ ਬਿੱਲ ਕੀ ਹੋਊਗਾ? ਗੈਰ ਸਰਕਾਰੀ ਬਿੱਲ ਮੰਨਿਆ ਜਾਂਦਾ ਹੁੰਦਾ ਨਾ। ਪਰ ਇਹ ਬਿੱਲ ਕਿਸੇ ਮੰਤਰੀ ਨੇ ਪੇਸ਼ ਕਰਤਾ, ਤਾਂ ਹੁਣ ਮੰਤਰੀ ਵੱਲੋਂ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਤਾਂ ਉਹ ਗੈਰ ਸਰਕਾਰੀ ਹੈ? ਨਹੀਂ, ਉਹ ਸਰਕਾਰੀ ਬਿੱਲ ਹੈ। ਤਾਂ ਰਾਸ਼ਟਰਪਤੀ ਇਹਦੇ ਉੱਪਰ ਐਬਸੋਲੂਟ ਵੀਟੋ ਦਾ ਇਸਤੇਮਾਲ ਨਹੀਂ ਕਰ ਸਕਦਾ ਹੈਗਾ। ਠੀਕ ਹੈ ਜੀ, ਬਿੱਲ ਆ ਗਿਆ, ਲੋਕ ਸਭਾ ਨੇ ਪਾਸ ਕੀਤਾ, ਰਾਜ ਸਭਾ ਨੇ ਪਾਸ ਕੀਤਾ ਤੇ ਬਿੱਲ ਆ ਗਿਆ ਜੀ ਭਾਰਤ ਦੇ ਰਾਸ਼ਟਰਪਤੀ ਕੋਲੇ। ਹੁਣ ਰਾਸ਼ਟਰਪਤੀ ਨੂੰ ਪਤਾ ਹੈ ਵੀ ਇਹ ਕਿਸੇ ਬਿੱਲ ਮੰਤਰੀ ਨੇ ਪੇਸ਼ ਕੀਤਾ ਹੈ। ਰਾਸ਼ਟਰਪਤੀ ਨੂੰ ਲੱਗਦਾ ਹੈ ਵੀ ਇਸ ਬਿੱਲ ਦੇ ਵਿੱਚ ਕੋਈ ਨਾ ਕੋਈ ਖਾਮੀ ਹੈ, ਵੀ ਇਸ ਖਾਮੀ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ, ਜਾਂ ਮੈਨੂੰ ਇਹ ਗੱਲ ਜਚੀ ਨਹੀਂ ਹੈਗੀ। ਠੀਕ ਹੈ, ਫਿਰ ਕੀ ਕਰਦਾ ਰਾਸ਼ਟਰਪਤੀ? ਰਾਸ਼ਟਰਪਤੀ ਉਸ ਬਿੱਲ ਨੂੰ, ਜਿਹੜਾ ਬਿੱਲ ਆਇਆ ਹੋਇਆ ਹੈ, ਠੀਕ ਹੈ, ਕਿਸੇ ਮੰਤਰੀ ਨੇ ਪੇਸ਼ ਕੀਤਾ ਹੈ, ਉਸ ਬਿੱਲ ਨੂੰ ਦੁਬਾਰਾ ਕਿੱਥੇ ਭੇਜ ਦਿੰਦਾ ਹੈ? ਦੁਬਾਰਾ ਇਹ ਸੰਸਦ ਕੋਲੇ ਭੇਜ ਦਿੰਦਾ ਹੈ। ਇਹਦਾ ਮਤਲਬ ਕੀ ਹੈ ਵੀ ਕਿਸੇ ਬਿੱਲ ਨੂੰ ਸਸਪੈਂਡ ਕਰ ਦਿੰਦਾ ਹੈ। ਸਸਪੈਂਡ ਮਤਲਬ ਉਹਨੂੰ ਪੁਨਰ ਜਾਂਚ ਲਈ ਦੁਬਾਰਾ ਭੇਜ ਦਿੰਦਾ ਹੈ। ਪੁਨਰ ਜਾਂਚ ਮਤਲਬ ਪੁਨਰ ਨਿਰੀਖਣ ਲਈ ਦੁਬਾਰਾ ਭੇਜ ਦਿੰਦਾ ਹੈ। ਹੁਣ ਬਿੱਲ ਦੁਬਾਰਾ ਕਿਹਦੇ ਕੋਲ ਚਲਿਆ ਗਿਆ? ਸੰਸਦ ਕੋਲੇ। ਸੰਸਦ ਦੁਬਾਰਾ ਉਹੀ ਪ੍ਰਕਿਰਿਆ ਅਪਣਾਊਗੀ ਜਿਹੜਾ ਵੀ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਹੁੰਦੀ ਹੈ। ਸੰਸਦ ਨੇ ਉਸ ਬਿੱਲ ਦੇ ਵਿੱਚ ਕੋਈ ਵੀ ਅਮੈਂਡਮੈਂਟ ਨਹੀਂ ਕੀਤੀ। ਹੁਣ ਦੇਖੋ ਪਾਵਰ ਹੈ ਸੰਸਦ ਦੀ, ਹਨਾ, ਵੀ ਉਹ ਅਮੈਂਡਮੈਂਟ ਕਰੇ ਜਾਂ ਨਾ ਕਰੇ, ਰਾਸ਼ਟਰਪਤੀ ਦੀਆਂ ਖਾਮੀਆਂ ਨੂੰ ਦੂਰ ਕਰੇ ਜਾਂ ਨਾ ਕਰੇ, ਇਹ ਸੰਸਦ ਦੀ ਮਰਜ਼ੀ ਹੈ, ਹਨਾ। ਤਾਂ ਸੰਸਦ ਨੇ ਕੀ ਕੀਤਾ? ਉਸ ਬਿੱਲ ਨੂੰ ਐਜ਼ ਇਟ ਇਜ਼ ਭੇਜਤਾ, ਐਜ਼ ਇਟ ਇਜ਼। ਠੀਕ ਹੈ, ਐਜ਼ ਇਟ ਇਜ਼ ਮਤਲਬ ਉਵੇਂ ਸੇਮ ਬਿੱਲ ਭੇਜਤਾ ਜਿਵੇਂ ਉਹਨੇ ਪਹਿਲਾਂ ਭੇਜਿਆ ਸੀਗਾ। ਹੁਣ ਬਿੱਲ ਜਦੋਂ ਆ ਗਿਆ, ਕਿਹਦੇ ਕੋਲੇ ਆ ਗਿਆ? ਲੋਕ ਸਭਾ ਨੇ ਦੁਬਾਰਾ ਪਾਸ ਕਰਤਾ, ਰਾਜ ਸਭਾ ਨੇ ਦੁਬਾਰਾ ਪਾਸ ਕਰਤਾ। ਠੀਕ ਹੈ ਜੀ, ਬਿੱਲ ਕਿਹਦੇ ਕੋਲੇ ਆ ਗਿਆ? ਰਾਸ਼ਟਰਪਤੀ। ਸੇਮ ਬਿੱਲ ਜਿਹੜਾ ਰਾਸ਼ਟਰਪਤੀ ਨੇ ਵਾਪਸ ਕੀਤਾ ਸੀਗਾ, ਦੁਬਾਰਾ ਉਹ ਬਿੱਲ ਆ ਗਿਆ। ਠੀਕ ਹੈ,
ਤਾਂ ਰਾਸ਼ਟਰਪਤੀ ਹੁਣ ਇਹਦੇ ਉੱਪਰ ਸਾਈਨ ਕਰੂਗਾ। ਹੁਣ ਰਾਸ਼ਟਰਪਤੀ ਨੂੰ ਹਰ ਹਾਲ ਦੇ ਵਿੱਚ ਇਹਦੇ ਉੱਪਰ ਸਾਈਨ ਕਰਨੇ ਹੀ ਪੈਣਗੇ, ਕਿਉਂਕਿ ਭਾਰਤ ਦਾ ਰਾਸ਼ਟਰਪਤੀ ਸਿਰਫ ਇੱਕ ਵਾਰ ਹੀ ਕਿਸੇ ਬਿੱਲ ਨੂੰ ਵਾਪਸ ਕਰ ਸਕਦਾ ਹੈ। ਸਿਰਫ ਇੱਕ ਵਾਰ ਹੀ ਕਿਸੇ ਬਿੱਲ ਦੇ ਉੱਪਰ ਰਾਸ਼ਟਰਪਤੀ ਸਸਪੈਂਸ਼ਨ ਵੀਟੋ ਦਾ ਇਸਤੇਮਾਲ ਕਰ ਸਕਦਾ ਹੈ, ਦੂਸਰੀ ਵਾਰ ਨਹੀਂ ਕਰ ਸਕਦਾ ਹੈਗਾ। ਠੀਕ ਹੈ, ਤਾਂ ਹੁਣ ਉਹਦੇ ਉੱਪਰ ਕਿਸੇ ਪ੍ਰਕਾਰ ਦੀ ਵੀਟੋ ਦਾ ਇਸਤੇਮਾਲ ਨਹੀਂ ਕਰ ਸਕਦਾ, ਤਾਂ ਇਹਨੂੰ ਉਹਦੇ ਉੱਪਰ ਦਸਤਖਤ ਕਰਨੇ ਹੀ ਪੈਣਗੇ, ਦਸਤਖਤ ਕਰਨੇ ਪੈਣਗੇ। ਠੀਕ ਹੈ ਜੀ, ਹਰ ਹਾਲ ਦੇ ਵਿੱਚ ਉਹਨੂੰ ਦਸਤਖਤ ਆਪਣੇ ਇਹਦੇ ਉੱਪਰ ਕਰਨੇ ਹੀ ਪੈਣਗੇ। ਠੀਕ ਹੈ, ਹੁਣ ਰਾਸ਼ਟਰਪਤੀ, ਇਹਦਾ ਮਤਲਬ ਕੀ ਹੈ, ਰਾਸ਼ਟਰਪਤੀ ਕਿਸੇ ਬਿੱਲ ਨੂੰ ਸਿਰਫ ਇੱਕ ਵਾਰ ਹੀ ਸੰਸਦ ਨੂੰ ਵਾਪਸ ਭੇਜ ਸਕਦੇ ਨੇਗੇ। ਸੈਕਿੰਡ ਟਾਈਮ ਜਦੋਂ ਸੰਸਦ ਉਸ ਬਿੱਲ ਨੂੰ ਦੁਬਾਰਾ ਐਜ਼ ਇਟ ਇਜ਼ ਭੇਜ ਦਿੰਦੀ ਹੈ, ਜਾਂ ਮੰਨ ਲਓ ਖਾਮੀ ਕੋਈ ਹੋਊਗੀ ਉਹਨੂੰ ਦੂਰ ਕਰ ਦਿੰਦੀ ਹੈ, ਤਾਂ ਉਹਨੂੰ ਰਾਸ਼ਟਰਪਤੀ ਨੂੰ ਹਰ ਹਾਲ ਦੇ ਉੱਪਰ ਸਾਈਨ ਉਹਦੇ ਉੱਪਰ ਕਰਨੇ ਪੈਣਗੇ। ਠੀਕ ਹੈ ਜੀ, ਤਾਂ ਸਸਪੈਂਸ਼ਨ ਵੀਟੋ ਦਾ ਮਤਲਬ ਕੀ ਹੁੰਦਾ ਹੈ, ਰਾਸ਼ਟਰਪਤੀ ਦੁਆਰਾ ਕਿਸੇ ਬਿੱਲ ਨੂੰ ਸੰਸਦ ਦੀ ਪੁਨਰ ਜਾਂਚ ਲਈ ਦੁਬਾਰਾ ਭੇਜਣਾ। ਪਰ ਰਾਸ਼ਟਰਪਤੀ ਸਿਰਫ ਇੱਕ ਵਾਰ ਹੀ ਕਿਸੇ ਬਿੱਲ ਨੂੰ ਸੰਸਦ ਨੂੰ ਵਾਪਸ ਕਰ ਸਕਦੇ ਨੇ। ਦੂਸਰੀ ਵਾਰ ਜਦੋਂ ਬਿੱਲ ਉਹ ਸੰਸਦ ਦੁਆਰਾ ਰਾਸ਼ਟਰਪਤੀ ਨੂੰ ਆ ਜਾਂਦਾ ਹੈਗਾ, ਤਾਂ ਉਸ ਬਿੱਲ ਦੇ ਉੱਪਰ ਰਾਸ਼ਟਰਪਤੀ ਨੂੰ ਸਾਈਨ ਕਰਨ ਲਈ ਕੰਪਲਸਰੀ ਹੋਣਾ ਪੈ ਜਾਂਦਾ ਹੈ। ਠੀਕ ਹੈ ਜੀ, ਤਾਂ ਇਸ ਪ੍ਰਕਾਰ ਨੂੰ ਅਸੀਂ ਬੋਲਦੇ ਹਾਂ ਜੀ, ਇਹ ਹੈਗੀ ਸਾਡੀ ਸਸਪੈਂਸ਼ਨ ਵੀਟੋ, ਜਾਂ ਇਹਨੂੰ ਅਸੀਂ ਨਿਲੰਬਨਕਾਰੀ ਵੀਟੋ ਬੋਲ ਦਿੰਦੇ ਹਾਂ। ਹੁਣ ਆਪਾਂ ਦੇਖਦੇ ਹਾਂ ਵੀ ਸਾਡੇ ਰਾਸ਼ਟਰਪਤੀ ਨੇ ਇਸ ਸਸਪੈਂਸ਼ਨ ਵੀਟੋ ਦਾ ਇਸਤੇਮਾਲ ਕਿੰਨੇ ਵਾਰ ਕੀਤਾ ਹੈਗਾ। ਤਾਂ 1991 ਦੇ ਵਿੱਚ ਹੋਇਆ ਸੀ ਇੱਕ ਵਾਰੀ ਬਿੱਲ, ਉਸ ਸਮੇਂ ਰਾਸ਼ਟਰਪਤੀ ਸੀਗੇ ਜੀ ਆਰ ਵੈਂਕਟ ਰਮਨ। ਆਰ ਵੈਂਕਟ ਰਮਨ, ਠੀਕ ਹੈ ਜੀ। ਇਹਨਾਂ ਨੇ ਸੰਸਦ ਮੈਂਬਰਾਂ ਦੇ ਜਿਹੜੇ ਸੰਸਦ ਮੈਂਬਰ ਸੀ, ਸੰਸਦ ਦੇ ਜਿਹੜੇ ਮੈਂਬਰ ਸੀ, ਇਹਨਾਂ ਦੇ ਵੇਤਨ ਸੰਬੰਧੀ ਇੱਕ ਬਿੱਲ ਆਇਆ ਸੀਗਾ, ਵੇਤਨ ਸੰਬੰਧੀ ਬਿੱਲ। ਤਾਂ ਰਾਸ਼ਟਰਪਤੀ ਨੇ ਇਹਨੂੰ ਪੁਨਰ ਜਾਂਚ ਲਈ ਦੁਬਾਰਾ ਭੇਜਿਆ ਸੀਗਾ। ਕਿਹਨੂੰ ਭੇਜਿਆ ਸੀ? ਸੰਸਦ ਨੂੰ। ਇੱਕ ਵਾਰ 1991 ਵਿੱਚ ਹੋਇਆ ਸੀਗਾ, ਇੱਕ ਵਾਰ 2006 ਦੇ ਵਿੱਚ ਹੋਇਆ ਸੀਗਾ। ਇਹ ਆਇਆ ਸੀ ਸੰਸਦ ਮੈਂਬਰਾਂ ਦੀ ਅਯੋਗਤਾ ਸੰਬੰਧੀ, ਸੰਸਦ ਮੈਂਬਰਾਂ ਦੀ ਅਯੋਗਤਾ ਸੰਬੰਧੀ। ਠੀਕ ਹੈ ਜੀ, ਉਸ ਟਾਈਮ ਸਾਡੇ ਜਿਹੜੇ ਰਾਸ਼ਟਰਪਤੀ ਸੀਗੇ ਜੀ, ਉਹ ਸੀਗੇ ਸਾਡੇ ਮਿਜ਼ਾਈਲ ਮੈਨ ਡਾਕਟਰ APJ ਅਬਦੁਲ ਕਲਾਮ। ਤਾਂ ਇੱਕ ਵਾਰੀ ਅਬਦੁਲ ਕਲਾਮ ਸਾਹਿਬ ਨੇ ਵੀ ਇਸ ਬਿੱਲ ਨੂੰ ਜਿਹੜਾ 2006 ਦਾ ਸੀਗਾ, ਇਹ ਸੰਸਦ ਨੂੰ ਦੁਬਾਰਾ ਭੇਜਤਾ ਸੀਗਾ। ਠੀਕ ਹੈ, ਹੁਣ ਦੇਖੋ ਹੁੰਦਾ ਕੀ ਹੈ, ਆਮ ਤੌਰ ਤੇ ਹੁੰਦਾ ਕੀ ਹੈ, ਕਿਉਂਕਿ ਜੇ ਮੰਨ ਲਓ ਕਿਉਂਕਿ ਰਾਸ਼ਟਰਪਤੀ ਇੱਕ ਰੈਪੂਟੇਡ ਪਰਸਨ ਹੈ ਹਨਾ, ਤਾਂ ਜੇ ਰਾਸ਼ਟਰਪਤੀ ਕਿਸੇ ਬਿੱਲ ਨੂੰ ਵਾਪਸ ਕਰਦਾ ਹੈ ਤਾਂ ਉਹ ਉਸ ਬਿੱਲ ਨੂੰ ਗੰਭੀਰਤਾ ਨਾਲ ਲਿਆ ਜਾਊਗਾ, ਕਿਉਂਕਿ ਰਾਸ਼ਟਰਪਤੀ ਦਾ ਅਹੁਦਾ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਹਨਾ, ਸੰਵਿਧਾਨ ਦੇ ਅਕੋਰਡਿੰਗ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਹਨਾ। ਤੇ ਉਹ ਚਰਚਾ ਦੇ ਵਿੱਚ ਵੀ ਆ ਜਾਂਦਾ ਹੈ ਵੀ ਰਾਸ਼ਟਰਪਤੀ ਨੇ ਕਿਸੇ ਬਿੱਲ ਨੂੰ ਵਾਪਸ ਕਰਤਾ ਤਾਂ ਉਹ ਖਬਰਾਂ ਦਾ ਕੇਂਦਰ ਬਣ ਜਾਂਦਾ ਹੈ ਹਨਾ। ਤੇ ਵੀ ਰਾਸ਼ਟਰਪਤੀ ਨੇ ਕਿਉਂ ਕਿਸੇ ਬਿੱਲ ਨੂੰ ਵਾਪਸ ਕਰਤਾ, ਅੰਤਰਰਾਸ਼ਟਰੀ ਮੀਡੀਆ 'ਚ ਚਲਾ ਜਾਂਦਾ ਕਈ ਵਾਰੀ ਚੀਜ਼ਾਂ ਉਹ ਹਨਾ। ਤਾਂ ਰਾਸ਼ਟਰਪਤੀ ਦੀ ਗੱਲ ਨੂੰ ਸੀਰੀਅਸ ਲਿਆ ਜਾਂਦਾ ਹੈਗਾ ਵੀ ਰਾਸ਼ਟਰਪਤੀ ਨੇ ਜੇ ਕਿਸੇ ਬਿੱਲ ਨੂੰ ਵਾਪਸ ਕੀਤਾ ਹੈਗਾ ਤਾਂ ਕਿਸੇ ਕਾਰਨ ਕਰਕੇ ਹੀ ਕੀਤਾ ਹੋਊਗਾ। ਤਾਂ ਰਾਸ਼ਟਰਪਤੀ ਦੀ ਇੱਕ ਰੈਪੂਟੇਸ਼ਨ ਹੈ, ਉਸ ਰੈਪੂਟੇਸ਼ਨ ਨੂੰ ਬਣਾਈ ਰੱਖਣ ਲਈ ਸੰਸਦ ਉਹਦਾ ਸਨਮਾਨ ਕਰਦੀ ਹੈ। ਸੰਸਦ ਉਸ ਬਿੱਲ ਨੂੰ ਕੀ ਕਰ ਦਿੰਦੀ, ਕਈ ਵਾਰੀ ਦੁਬਾਰਾ ਰਾਸ਼ਟਰਪਤੀ ਕੋਲ ਨਹੀਂ ਭੇਜਦੀ, ਜਾਂ ਉਸ ਬਿੱਲ ਨੂੰ ਆਟੋਮੈਟਿਕ ਕੀ ਕਰਦੀ, ਰੱਦ ਕਰ ਦਿੰਦੀ ਹੈ, ਜਾਂ ਫਿਰ ਉਹਦੀ ਗੱਲ ਨੂੰ ਜਿਹੜੀ ਰਾਸ਼ਟਰਪਤੀ ਨੇ ਗੱਲ ਆਖੀ ਹੁੰਦੀ ਹੈ ਵੀ ਕੁਝ ਖਾਮੀ ਇਹਦੇ ਵਿੱਚ, ਤਾਂ ਖਾਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਹੈ। ਠੀਕ ਹੈ ਜੀ, ਤਾਂ 2 ਵਾਰੀ ਰਾਸ਼ਟਰਪਤੀ ਨੇ ਸਾਡੇ ਸਸਪੈਂਸ਼ਨ ਵੀਟੋ ਦਾ ਇਸਤੇਮਾਲ ਹੁਣ ਤੱਕ ਕੀਤਾ ਹੈ। ਕਲੀਅਰ ਹੈ? ਚਲੋ ਇਸ ਤੋਂ ਬਾਅਦ ਦੇਖਦੇ ਹਾਂ ਆਪਾਂ ਰਾਸ਼ਟਰਪਤੀ ਦੀ ਪੌਕਟ ਵੀਟੋ। ਪੌਕਟ ਵੀਟੋ, ਠੀਕ ਹੈ। ਹੁਣ ਇਹ ਪੌਕਟ ਵੀਟੋ ਕੀ ਹੁੰਦੀ ਹੈ, ਜਿਹਨੂੰ ਅਸੀਂ ਬੋਲਦੇ ਹਾਂ ਪੰਜਾਬੀ ਦੇ ਵਿੱਚ ਜੇਬੀ ਵੀਟੋ, ਜੇਬੀ ਪਾਵਰ। ਹੁਣ ਦੇਖੋ, ਜੇ ਬਿੱਲ ਕਿਸੇ ਮੰਤਰੀ ਨੇ ਪੇਸ਼ ਕੀਤਾ ਹੈ ਤਾਂ ਕੀ ਉਹਦੇ ਉੱਪਰ ਐਬਸੋਲੂਟ ਵੀਟੋ ਲੱਗੇਗੀ? ਕੀ ਉਹ ਐਬਸੋਲੂਟ ਵੀਟੋ ਲੱਗੂਗੀ? ਕੀ ਉਹ ਬਿੱਲ ਜਿਹੜਾ ਹੋਊਗਾ ਉਹ ਸਰਕਾਰੀ ਬਿੱਲ ਹੋਊਗਾ, ਕੀ ਉਹਦੇ ਉੱਪਰ ਐਬਸੋਲੂਟ ਵੀਟੋ ਲੱਗੂਗੀ? ਨਹੀਂ, ਤਾਂ ਇਹਦੇ ਉੱਪਰ ਐਬਸੋਲੂਟ ਵੀਟੋ ਨਹੀਂ ਲੱਗੂਗੀ। ਠੀਕ ਹੈ, ਕਈ ਵਾਰ ਕੀ ਹੁੰਦਾ ਹੈ ਵੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਵਿਚਕਾਰ ਤਕਰਾਰਬਾਜ਼ੀ ਪੈਦਾ ਹੋ ਜਾਂਦੀ ਹੈ ਕਿਸੇ ਵਜ੍ਹਾ ਨੂੰ ਲੈ ਕੇ। ਰਾਸ਼ਟਰਪਤੀ ਤੇ ਜਿਵੇਂ ਕੁਝ ਸਟਾਰਟਿੰਗ ਦੇ ਵਿੱਚ ਜਿਹੜੇ ਸਾਡੇ ਜਵਾਹਰ ਲਾਲ ਨਹਿਰੂ ਸੀਗੇ ਤੇ ਪਹਿਲੇ ਰਾਸ਼ਟਰਪਤੀ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ, ਉਹਨਾਂ ਦੇ ਵਿਚਕਾਰ ਕੁਝ ਮਤਭੇਦ ਪਾਏ ਗਏ ਸੀਗੇ ਕਿਸੇ ਟੌਪਿਕਸ ਨੂੰ ਲੈ ਕੇ, ਤਾਂ ਇਸ ਕਰਕੇ ਉਹਨਾਂ ਨੇ ਇਸਤੇਮਾਲ ਕੀਤਾ ਸੀਗਾ 1954 ਦੇ ਵਿੱਚ ਵੀਟੋ ਦਾ ਹਨਾ। ਇਸੇ ਤਰ੍ਹਾਂ 1986 ਦਾ ਜਿਹੜਾ ਟਾਈਮ ਸੀਗਾ, ਤਾਂ ਉਸ ਟਾਈਮ ਸਾਡੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀਗੇ ਤੇ ਗਿਆਨੀ ਜੈਲ ਸਿੰਘ ਸਾਡੇ ਕੀ ਸੀਗੇ, ਰਾਸ਼ਟਰਪਤੀ ਸੀਗੇ। ਇਹਨਾਂ ਦੇ ਕਿਸੇ ਮਸਲੇ ਨੂੰ ਲੈ ਕੇ ਇਹਨਾਂ ਦੇ ਆਪਸ ਵਿੱਚ ਮਤਭੇਦ ਪਾਏ ਗਏ ਸੀਗੇ। ਠੀਕ ਹੈ, ਤੇ ਹੁਣ ਤੁਹਾਨੂੰ ਪਤਾ ਵੀ ਜਦੋਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਵਿਚਕਾਰ ਮਤਭੇਦ ਹੋ ਜੇ ਕਿਸੇ ਗੱਲ ਨੂੰ ਲੈ ਕੇ, ਠੀਕ ਹੈ, ਕਿਉਂਕਿ ਸੰਵਿਧਾਨ ਨੇ ਰਾਸ਼ਟਰਪਤੀ ਨੂੰ ਪਾਵਰ ਦਿੱਤੀਆਂ ਨੇਗੀਆਂ, ਕੁਝ ਪਾਵਰ ਹੈਗੀਆਂ ਨੇ ਰਾਸ਼ਟਰਪਤੀ ਕੋਲ, ਆਪਾਂ ਪੜਾਂਗੇ ਹਨਾ। ਆਪਾਂ ਕਹਿ ਤਾਂ ਦਿੰਦੇ ਵੀ ਸਟੈਂਪ ਦੀ ਮੋਹਰ ਹੈਗੀ, ਪਰ ਰਾਸ਼ਟਰਪਤੀ ਨੂੰ ਸਾਡੇ ਕੁਝ ਵਿਵੇਕੀ ਸ਼ਕਤੀਆਂ ਵੀ ਮਿਲੀਆਂ ਹੋਈਆਂ ਨੇਗੀਆਂ। ਠੀਕ ਹੈ, ਉਹਦੀ ਆਪਾਂ ਗੱਲ ਕਰਾਂਗੇ ਕਿ ਵਿਵੇਕੀ ਸ਼ਕਤੀਆਂ ਕਿਹੜੀਆਂ ਨੇ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਕਿਸੇ ਮੰਤਰੀ ਵੱਲੋਂ ਪੇਸ਼ ਕੀਤੇ ਗਏ ਸਰਕਾਰੀ ਬਿੱਲ ਦੇ ਉੱਪਰ ਐਬਸੋਲੂਟ ਵੀਟੋ ਲੱਗਦੀ ਹੈ, ਨਹੀਂ ਲੱਗਦੀ ਹੈਗੀ। ਤਕਰਾਰਬਾਜ਼ੀ ਦੇਖੋ ਪੈਦਾ ਹੋ ਰਹੀ ਹੈ ਆਪਸ ਦੇ ਵਿੱਚ ਹਨਾ, ਵੀ ਮੈਂ ਬਿੱਲ ਨੂੰ ਪਾਸ ਕਰਨਾ ਹੀ ਨਹੀਂ ਹੈਗਾ, ਮੇਰੇ ਕੋਲ ਭਾਵੇਂ ਕੋਈ ਮਰਜ਼ੀ ਬਿੱਲ ਆ ਜੇ ਹਨਾ, ਤਕਰਾਰਬਾਜ਼ੀ ਪੈਦਾ ਹੋਊਗੀ ਕਿਸੇ ਗੱਲ ਨੂੰ ਲੈ ਕੇ। ਦੂਸਰਾ ਕੀ ਹੈ,
ਬਿੱਲ ਮੰਤਰੀ ਵੱਲੋਂ ਹੈ, ਐਬਸੋਲੂਟ ਵੀਟੋ ਤਾਂ ਲੱਗਦੀ ਨਹੀਂ ਹੈਗੀ। ਸਸਪੈਂਸ਼ਨ ਵੀਟੋ ਲੱਗ ਸਕਦੀ, ਹਾਂ ਸਸਪੈਂਸ਼ਨ ਵੀਟੋ ਲੱਗ ਸਕਦੀ ਹੈ, ਪਰ ਰਾਸ਼ਟਰਪਤੀ ਵੀ ਸਿਆਣਾ ਹੁੰਦਾ ਹੈ। ਰਾਸ਼ਟਰਪਤੀ ਨੂੰ ਪਤਾ ਹੈ ਵੀ ਜੇ ਸਸਪੈਂਸ਼ਨ ਵੀਟੋ ਇੱਕ ਵਾਰ ਮੈਂ ਲਾਤੀ ਤੇ ਦੁਬਾਰਾ ਮੈਂ ਇਹਨੂੰ ਸੰਸਦ ਨੂੰ ਭੇਜਤਾ, ਠੀਕ ਹੈ, ਤੇ ਸੰਸਦ ਨੇ ਦੁਬਾਰਾ ਜੇ ਮੇਰੇ ਕੋਲ ਬਿੱਲ ਭੇਜਤਾ ਤਾਂ ਮੈਨੂੰ ਹਰ ਹਾਲ ਵਿੱਚ ਸਾਈਨ ਕਰਨੇ ਪੈਣਗੇ। ਰਾਸ਼ਟਰਪਤੀ ਕਮਲਾ ਤਾਂ ਹੈ ਨਹੀਂਗਾ, ਰਾਸ਼ਟਰਪਤੀ ਵੀ ਕੋਈ ਮਤਲਬ ਐਵੇਂ ਤਾਂ ਬਣਦਾ ਨਹੀਂ ਰਾਸ਼ਟਰਪਤੀ, ਹੈ ਨਾ, ਤਾਂ ਉਹਨੂੰ ਵੀ ਕਾਨੂੰਨ ਦੀ ਜਾਣਕਾਰੀ ਆ, ਉਹਦੇ ਜਿਹੜੇ ਸਲਾਹਕਾਰ ਨੇ ਦੱਸਣਗੇ ਉਹ, ਹੈ ਨਾ, ਵੀ ਰਾਸ਼ਟਰਪਤੀ ਜੀ ਤੁਸੀਂ ਐਂ ਕਰੋ, ਹੈ ਨਾ, ਵੀ ਐਬਸੋਲੂਟ ਵੀਟੋ ਤੁਸੀਂ ਲਾ ਨਹੀਂ ਸਕਦੇ ਇਸ ਬਿੱਲ ਦੇ ਉੱਪਰ, ਹੈ ਨਾ, ਕਿਉਂਕਿ ਇਹ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬਿੱਲ ਹੈ। ਜੇ ਤੁਸੀਂ ਇਹਦੇ ਉੱਪਰ ਸਸਪੈਂਸ਼ਨ ਵੀਟੋ ਲਾਈ, ਠੀਕ ਹੈ, ਤਾਂ ਬਿੱਲ ਦੁਬਾਰਾ ਜਾਊਗਾ ਸੰਸਦ ਕੋਲੇ, ਸੰਸਦ ਨੇ ਉਹ ਬਿੱਲ ਦੁਬਾਰਾ ਐਜ਼ ਇਟ ਇਜ਼ ਭੇਜਤਾ ਤੁਹਾਡੇ ਕੋਲੇ, ਤਾਂ ਤੁਹਾਨੂੰ ਹਰ ਹਾਲ ਦੇ ਵਿੱਚ ਸਾਈਨ ਇਹਦੇ ਉੱਪਰ ਕਰਨੇ ਹੀ ਪੈਣਗੇ। ਇਸ ਕਰਕੇ ਸੋਚ ਸਮਝ ਲਓ ਤੁਸੀਂ ਇਹਦੇ ਉੱਪਰ ਸਸਪੈਂਸ਼ਨ ਵੀਟੋ ਲਾਣੀ ਹੈ ਜਾਂ ਨਹੀਂ ਲਾਣੀ। ਰਾਸ਼ਟਰਪਤੀ ਕਹਿੰਦਾ ਮੈਂ ਤਾਂ ਲਾਉਂਦਾ ਨਹੀਂ ਬਈ ਇਹਦੇ ਉੱਪਰ ਸਸਪੈਂਸ਼ਨ ਵੀਟੋ, ਠੀਕ ਹੈ ਜੀ, ਉਹ ਕਹਿੰਦਾ ਮੈਂ ਤਾਂ ਲਾਉਂਦਾ ਨਹੀਂਗਾ। ਜੇ ਮੈਂ ਸਸਪੈਂਸ਼ਨ ਵੀਟੋ ਇਹਦੇ ਉੱਪਰ ਲਾਤੀ ਤਾਂ ਕੀ ਹੋ ਜਾਊਗਾ, ਬਿੱਲ ਮੇਰੇ ਕੋਲ ਦੁਬਾਰਾ ਆ ਜਾਊਗਾ ਤੇ ਮੈਨੂੰ ਹਰ ਹਾਲ ਦੇ ਵਿੱਚ ਸਾਈਨ ਇਹਦੇ ਉੱਪਰ ਕਰਨੇ ਪੈਣਗੇ। ਤਾਂ ਜਿਹੜੀ ਮੈਂ ਜਿੱਦ ਪਕਾ ਰੱਖੀ ਹੈ ਵੀ ਮੈਂ ਤਾਂ ਕਿਸੇ ਬਿੱਲ ਦੇ ਉੱਪਰ ਸਾਈਨ ਕਰਦਾ ਨਹੀਂ ਹੈਗਾ, ਠੀਕ ਹੈ, ਤਾਂ ਮੇਰੀ ਉਹ ਜਿੱਦ ਕੀ ਹੋ ਜੂਗੀ, ਰੁਲ ਜੂਗੀ, ਠੀਕ ਹੈ ਜੀ। ਤਾਂ ਰਾਸ਼ਟਰਪਤੀ ਨਾ ਤਾਂ ਐਬਸੋਲੂਟ ਵੀਟੋ ਦਾ ਇਸਤੇਮਾਲ ਕਰੇਗਾ, ਐਬਸੋਲੂਟ ਵੀਟੋ ਇਸਤੇਮਾਲ ਤਾਂ ਕਰ ਹੀ ਨਹੀਂ ਸਕਦਾ ਹੈਗਾ, ਸਸਪੈਂਸ਼ਨ ਵੀਟੋ ਦਾ ਇਸਤੇਮਾਲ ਉਹ ਕਰਦਾ ਨਹੀਂ ਹੈਗਾ ਕਿਸੇ ਬਿੱਲ ਦੇ ਉੱਪਰ, ਠੀਕ ਹੈ ਜੀ। ਤਾਂ ਫਿਰ ਰਾਸ਼ਟਰਪਤੀ ਕੀ ਕਰੂਗਾ, ਰਾਸ਼ਟਰਪਤੀ ਉਹਦੇ ਉੱਪਰ ਪੌਕਟ ਵੀਟੋ ਦਾ ਇਸਤੇਮਾਲ ਕਰੂਗਾ। ਪੌਕਟ ਦਾ ਮਤਲਬ ਹੁੰਦਾ ਹੈ ਵੀ ਕਿਸੇ ਆਪਣੀ ਜੇਬ 'ਚ ਪਾ ਲੈਣਾ, ਜੇਬ ਦਾ ਮਤਲਬ ਇਹ ਨਹੀਂ ਵੀ ਰਾਸ਼ਟਰਪਤੀ ਨੇ ਸੱਚੀ ਮੁੱਚੀ ਜੇਬ ਦੇ ਵਿੱਚ ਬਿੱਲ ਨੂੰ ਪਾ ਲਿਆ, ਠੀਕ ਹੈ। ਪੌਕਟ ਵੀਟੋ ਦਾ ਮਤਲਬ ਹੁੰਦਾ ਵੀ ਰਾਸ਼ਟਰਪਤੀ ਕਿਸੇ ਬਿੱਲ ਨੂੰ ਲੰਬੇ ਸਮੇਂ ਲਈ ਪੈਂਡਿੰਗ ਰੱਖ ਲੈਂਦਾ ਹੈ, ਲੰਬੇ ਸਮੇਂ ਲਈ ਪੈਂਡਿੰਗ ਰੱਖ ਲੈਣਾ, ਮਤਲਬ ਉਹਦੇ ਉੱਪਰ ਸਾਈਨ ਹੀ ਨਹੀਂ ਕਰਨੇ ਹੈਗੇ, ਠੀਕ ਹੈ ਜੀ। ਤੇ ਜਦੋਂ ਤੱਕ ਉਹ ਬਿੱਲ ਜਿਹੜਾ ਉਹਨੂੰ ਰਾਸ਼ਟਰਪਤੀ ਨੇ ਪੈਂਡਿੰਗ ਕੀਤਾ ਹੋਇਆ ਹੈ, ਹਨਾ, ਉਦੋਂ ਤੱਕ ਸੰਸਦ ਉਸ ਪ੍ਰਕਾਰ ਦਾ ਕੋਈ ਬਿੱਲ ਲੈ ਕੇ ਨਹੀਂ ਆ ਸਕਦੀ ਹੈਗੀ, ਠੀਕ ਹੈ। ਤਾਂ ਇਹ ਹੁੰਦਾ ਹੈਗਾ, ਇਹਨੂੰ ਬੋਲਦੇ ਸੀ ਪੌਕਟ ਵੀਟੋ। ਰਾਸ਼ਟਰਪਤੀ ਦੁਆਰਾ ਕਿਸੇ ਬਿੱਲ ਨੂੰ ਲੰਬੇ ਸਮੇਂ ਲਈ ਰੱਖ ਲੈਣਾ। ਹੁਣ ਇਹ ਕੋਈ ਰਾਸ਼ਟਰਪਤੀ ਨੂੰ ਬਾਉਂਡੇਸ਼ਨ ਨਹੀਂ ਹੈਗੀ ਵੀ ਰਾਸ਼ਟਰਪਤੀ ਕੋਲੇ ਬਿੱਲ ਗਿਆ ਤੇ ਰਾਸ਼ਟਰਪਤੀ ਨੇ ਉਹਦੇ ਉੱਪਰ ਹਰ ਹਾਲ ਦੇ ਵਿੱਚ ਸਾਈਨ ਉਹਦੀ ਨਾਲ ਦੀ ਨਾਲ ਕਰਕੇ ਤੁਹਾਨੂੰ ਸਾਈਨ ਮੋੜਤੇ ਬਿੱਲ, ਹਨਾ, ਵੀ ਜਾਓ ਜੀ ਕਾਨੂੰਨ ਬਣ ਗਿਆ ਤੁਹਾਡਾ। ਰਾਸ਼ਟਰਪਤੀ ਕਿਸੇ ਵੀ ਬਿੱਲ ਨੂੰ ਲੈ ਕੇ ਕੰਪਲਸਰੀ ਨਹੀਂ ਹੈਗਾ ਵੀ ਕਦੋਂ ਸਾਈਨ ਉਹਨੇ ਕਰਨੇ ਨੇ, ਕਦੋਂ ਸਾਈਨ ਉਹਨੇ ਨਹੀਂ ਕਰਨੇ ਹੈਗੇ, ਠੀਕ ਹੈ। ਤਾਂ ਜਦੋਂ ਰਾਸ਼ਟਰਪਤੀ ਨੇ ਕਿਸੇ ਬਿੱਲ ਦੇ ਉੱਪਰ ਸਾਈਨ ਨਹੀਂ ਕਰਨੇ ਹੁੰਦੇ ਤਾਂ ਰਾਸ਼ਟਰਪਤੀ ਉਹਨੂੰ ਕੀ ਕਰ ਦਿੰਦਾ ਜੀ, ਆਪਣੀ ਪੌਕਟ ਵੀਟੋ ਦੇ ਵਿੱਚ ਰੱਖ ਲੈਂਦਾ ਹੈ। ਕੀ ਰਾਸ਼ਟਰਪਤੀ ਨੇ ਕਿਸੇ ਬਿੱਲ ਦੇ ਉੱਪਰ ਹੁਣ ਤੱਕ ਪੌਕਟ ਵੀਟੋ ਦਾ ਇਸਤੇਮਾਲ ਕੀਤਾ ਹੈ? ਹਾਂ ਕੀਤਾ, ਇੱਕ ਵਾਰ ਕੀਤਾ ਸੀਗਾ, 1986 ਦੇ ਵਿੱਚ ਹੋਇਆ ਸੀ ਇੱਕ ਵਾਰ। ਕਦੋਂ ਹੋਇਆ ਸੀ? ਡਾਕ ਬਿੱਲ ਦੇ ਉੱਪਰ। ਡਾਕ ਬਿੱਲ ਦੇ ਉੱਪਰ ਉਸ ਸਮੇਂ ਆਪਾਂ ਗੱਲ ਕਰ ਚੁੱਕੇ ਹਾਂ, ਗਿਆਨੀ ਜੈਲ ਸਿੰਘ ਜਿਹੜੇ ਸੀਗੇ, ਇਹ ਸੀਗੇ ਜੀ ਸਾਡੇ ਰਾਸ਼ਟਰਪਤੀ। ਤਾਂ ਗਿਆਨੀ ਜੈਲ ਸਿੰਘ ਨੇ ਇੱਕ ਵਾਰੀ ਪੌਕਟ ਵੀਟੋ ਦਾ ਇਸਤੇਮਾਲ ਕੀਤਾ ਸੀਗਾ ਡਾਕ ਬਿੱਲ ਦੇ ਉੱਪਰ। ਉਹਨਾਂ ਨੇ ਲੰਬੇ ਸਮੇਂ ਲਈ ਉਹਨੂੰ ਪੈਂਡਿੰਗ ਰੱਖ ਲਿਆ ਸੀਗਾ, ਸਾਈਨ ਨਹੀਂ ਕੀਤੇ ਸੀਗੇ, ਠੀਕ ਹੈ ਜੀ, ਕਲੀਅਰ। ਤਾਂ ਇਸ ਤਰ੍ਹਾਂ ਆਪਾਂ ਦੇਖਿਆ ਵੀ ਸਾਡੇ ਰਾਸ਼ਟਰਪਤੀ ਕੋਲੇ ਕਿੰਨੇ ਪ੍ਰਕਾਰ ਦੀ ਵੀਟੋ ਹੁੰਦੀ ਹੈ ਜੀ। ਐਬਸੋਲੂਟ ਵੀਟੋ ਹੁੰਦੀ ਹੈ, ਸਸਪੈਂਸ਼ਨ ਵੀਟੋ ਹੁੰਦੀ ਹੈ, ਪੌਕਟ ਵੀਟੋ ਹੁੰਦੀ ਹੈ। ਐਬਸੋਲੂਟ ਵੀਟੋ ਗੈਰ ਸਰਕਾਰੀ ਬਿੱਲ ਦੇ ਉੱਪਰ ਲੱਗਦੀ ਹੈ ਜਾਂ ਫਿਰ ਇੱਕ ਪੁਰਾਣੀ ਸਰਕਾਰ ਵੱਲੋਂ ਬਿੱਲ ਪੇਸ਼ ਕੀਤਾ ਜਾਂਦਾ ਉਹਦੇ ਉੱਪਰ ਲੱਗ ਸਕਦੀ ਹੈਗੀ। ਸਸਪੈਂਸ਼ਨ ਵੀਟੋ ਕਦੋਂ ਲੱਗਦੀ ਹੈ? ਕਿਸੇ ਮੰਤਰੀ ਦੁਆਰਾ ਬਿੱਲ ਪੇਸ਼ ਕੀਤਾ ਜਾਂਦਾ ਉਹਦੇ ਉੱਪਰ ਇਹ ਵੀਟੋ ਲੱਗ ਸਕਦੀ ਹੈਗੀ। ਪਰ ਜੇ ਰਾਸ਼ਟਰਪਤੀ ਨੇ ਇਹ ਬਿੱਲ ਨੂੰ ਵਾਪਸ ਕਰਤਾ ਤਾਂ ਦੁਬਾਰਾ ਉਹ ਬਿੱਲ ਆ ਗਿਆ ਰਾਸ਼ਟਰਪਤੀ ਕੋਲੇ, ਤਾਂ ਰਾਸ਼ਟਰਪਤੀ ਉਹਦੇ ਉੱਪਰ ਸਾਈਨ ਕਰਨ ਲਈ ਬਾਧਿਆ ਹੋ ਜਾਂਦਾ, ਕੰਪਲਸਰੀ ਹੋ ਜਾਂਦਾ। ਇਸ ਕਰਕੇ ਠੀਕ ਹੈ, ਇਹਨੂੰ ਅਸੀਂ ਬੋਲਦੇ ਹਾਂ ਸਸਪੈਂਸ਼ਨ ਵੀਟੋ। ਪੌਕਟ ਵੀਟੋ ਕੀ ਹੁੰਦੀ ਹੈ? ਪੌਕਟ ਵੀਟੋ ਦਾ ਮਤਲਬ ਹੁੰਦਾ ਵੀ ਰਾਸ਼ਟਰਪਤੀ ਨੇ ਕਿਸੇ ਬਿੱਲ ਨੂੰ ਮਨਜ਼ੂਰੀ ਪ੍ਰਦਾਨ ਕਰਨੀ ਨਹੀਂ ਹੈਗੀ ਤਾਂ ਰਾਸ਼ਟਰਪਤੀ ਕਿਸੇ ਬਿੱਲ ਨੂੰ ਕੀ ਕਰ ਦਿੰਦੇ ਨੇ ਜੀ, ਲੰਬੇ ਸਮੇਂ ਲਈ ਆਪਣੇ ਕੋਲੇ ਰੱਖ ਲੈਂਦੇ ਨੇ, ਪੈਂਡਿੰਗ ਕਰ ਲੈਂਦੇ ਨੇ, ਠੀਕ ਹੈ ਜੀ। ਤਾਂ ਇਹ ਸੀਗੀਆਂ ਰਾਸ਼ਟਰਪਤੀ ਦੀਆਂ ਵੀਟੋ ਸ਼ਕਤੀਆਂ, ਵੀਟੋ ਪਾਵਰ, ਕਲੀਅਰ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਸਾਡੇ ਰਾਸ਼ਟਰਪਤੀ ਦੀਆਂ ਕੁਝ ਵਿਧਾਨਕ ਸ਼ਕਤੀਆਂ ਹੋਰ ਵੀ ਹੈਗੀਆਂ ਦੇ ਵਿੱਚੋਂ। ਉਹ ਹੈਗੀ ਅਧਿਆਦੇਸ਼ ਦੀ ਸ਼ਕਤੀ। ਅਧਿਆਦੇਸ਼, ਇਹਨੂੰ ਇੰਗਲਿਸ਼ ਅਸੀਂ ਬੋਲਦੇ ਹਾਂ ਆਰਡੀਨੈਂਸ। ਸਭ ਤੋਂ ਪਹਿਲਾਂ ਤਾਂ ਆਪਾਂ ਸਮਝਾਂਗੇ ਵੀ ਆਰਡੀਨੈਂਸ ਕੀ ਹੁੰਦਾ ਹੈ। ਹੁਣ ਦੇਖੋ, ਸੰਸਦ ਦੇ ਸੈਸ਼ਨ ਚੱਲਦੇ ਨੇ 3। ਕਿਹੜੇ ਸੈਸ਼ਨ ਨੇ ਇਹ? ਹੈਗਾ ਜੀ ਬਜਟ ਸੈਸ਼ਨ। ਇਹ ਚੱਲਦਾ ਹੀ ਲਗਭਗ ਫਰਵਰੀ ਤੋਂ ਚੱਲਦਾ ਇਹ ਤੇ ਅਪ੍ਰੈਲ ਮਹੀਨੇ ਤੱਕ ਚੱਲਦਾ ਲਗਭਗ। ਅਪ੍ਰੈਲ ਫਿਰ ਮਈ 'ਚ ਵੀ ਚਲਾ ਜਾਂਦਾ ਨਾ, ਤਾਂ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਚੱਲਦਾ ਸੈਸ਼ਨ ਇਹ। ਇਸ ਤੋਂ ਬਾਅਦ ਜਿਹੜਾ ਸੈਸ਼ਨ ਚੱਲਦਾ ਹੈ ਉਹ ਜੁਲਾਈ ਅਗਸਤ 'ਚ ਚੱਲਦਾ ਹੈ। ਜੁਲਾਈ ਅਗਸਤ 2 ਮਹੀਨੇ ਦੇ ਕਰੀਬ ਚੱਲਦਾ ਹੈ। ਫਿਰ ਇਸ ਤੋਂ ਬਾਅਦ ਨਵੰਬਰ ਤੇ ਦਸੰਬਰ ਮਹੀਨੇ 'ਚ ਸੈਸ਼ਨ ਚੱਲਦਾ ਹੈ। ਇਹਦਾ ਮਤਲਬ ਕੀ ਹੋ ਗਿਆ? ਇਹਦਾ ਮਤਲਬ ਮੈਂ ਤੁਹਾਨੂੰ ਇਹ ਆਪਾਂ ਬਾਅਦ ਦੇ ਵਿੱਚ ਕਰਾਂਗੇ ਡਿਟੇਲ ਦੇ ਵਿੱਚ, ਠੀਕ ਹੈ। ਸੈਸ਼ਨ ਬਾਰੇ ਵੀ ਟੌਪਿਕ ਆਊਗਾ, ਸੰਸਦ ਦਾ ਟੌਪਿਕ ਕਰਾਂਗੇ ਆਪਾਂ ਜਦੋਂ। ਤਾਂ ਦੇਖੋ ਕੀ ਹੁੰਦਾ ਹੈ, ਫਰਵਰੀ ਤੇ ਅਪ੍ਰੈਲ ਤੋਂ ਬਾਅਦ ਜਿਹੜਾ ਮਈ ਤੇ ਜੂਨ ਦਾ ਮਹੀਨਾ ਹੈ, 2 ਮਹੀਨੇ ਹੋ ਗਏ ਮੰਨ ਲਓ ਹੁਣ ਲਗਭਗ, ਤਾਂ ਇਹ ਵਿਹਲਾ ਹੋ ਗਿਆ, ਮਤਲਬ ਇਹਦੇ ਵਿੱਚ ਸੰਸਦ ਦਾ ਸੈਸ਼ਨ ਨਹੀਂ ਚੱਲਦਾ ਹੈਗਾ। ਜੁਲਾਈ ਅਗਸਤ ਤੋਂ ਬਾਅਦ ਸਤੰਬਰ ਤੇ ਅਕਤੂਬਰ ਦਾ ਮਹੀਨਾ ਹੋ ਗਿਆ ਤੇ ਇਹਦੇ ਵਿੱਚ 2 ਮਹੀਨੇ ਵਿਹਲੇ ਹੋ ਗਏ, ਸੈਸ਼ਨ ਨਹੀਂ ਚੱਲਦਾ ਹੈਗਾ।
ਹੁਣ ਜਦੋਂ ਸੰਸਦ ਦਾ ਸੈਸ਼ਨ ਨਾ ਚੱਲ ਰਿਹਾ ਹੋਵੇ, ਸੈਸ਼ਨ ਚੱਲ ਨਹੀਂ ਰਿਹਾ ਹੈਗਾ, ਸੈਸ਼ਨ ਨਹੀਂ ਚੱਲ ਰਿਹਾ, ਠੀਕ ਹੈ, ਤੇ ਦੇਸ਼ ਨੂੰ ਕਿਸੇ ਐਮਰਜੈਂਸੀ ਕਾਨੂੰਨ ਦੀ ਲੋੜ ਪੈ ਜੇ, ਠੀਕ ਹੈ, ਸੈਸ਼ਨ ਚੱਲ ਨਹੀਂ ਰਿਹਾ ਤੇ ਦੇਸ਼ ਨੂੰ ਕਿਸੇ ਐਮਰਜੈਂਸੀ ਕਾਨੂੰਨ ਦੀ ਲੋੜ ਪੈ ਜਾਂਦੀ ਹੈ, ਠੀਕ ਹੈ, ਫਿਰ ਕੀ ਹੋਊਗਾ, ਫਿਰ ਕਾਨੂੰਨ ਕਿਵੇਂ ਬਣੂਗਾ, ਫਿਰ ਕੀ ਕਰਾਂਗੇ। ਹੁਣ ਇਹ ਤਾਂ ਹੈ ਨਹੀਂਗਾ ਵੀ ਹੁਣ ਜਿਹੜੇ ਸਾਡੇ ਸੰਸਦ ਮੈਂਬਰ ਨੇ, ਤੁਹਾਨੂੰ ਪਤਾ ਹੀ ਹੈ ਵੀ ਇਹ ਛੋਟਾ ਮੋਟਾ ਟ੍ਰਿਪ ਤਾਂ ਲਾਉਂਦੇ ਨਹੀਂ ਹੈਗੇ, ਹੈ ਨਾ, ਇਹ ਤਾਂ ਫੋਰਨ ਜਾਂਦੇ ਨੇ ਘੁੰਮਣ ਫਿਰਨ, ਹੈ ਨਾ। ਤਾਂ ਹੁਣ ਮੰਨ ਲਓ ਕੋਈ ਅਮਰੀਕਾ ਗਿਆ ਹੋਇਆ, ਕੋਈ ਕੈਨੇਡਾ ਗਿਆ ਹੋਇਆ, ਕੋਈ ਬ੍ਰਾਜ਼ੀਲ ਗਿਆ ਹੋਇਆ, ਕੋਈ ਯੂਰਪ 'ਚ ਗਿਆ ਹੋਇਆ, ਕੋਈ ਕਿੱਥੇ ਗਿਆ ਹੋਇਆ, ਹੈ ਨਾ, ਤਾਂ ਉਹਨੂੰ ਅਸੀਂ ਫੋਨ ਮਾਰਾਂਗੇ ਭਾਈ ਜਲਦੀ ਜਲਦੀ ਆਓ ਤੇ ਆਪਾਂ ਇੱਕ ਕਾਨੂੰਨ ਬਣਾਉਣਾ। ਉਹ ਕਹਿਣਗੇ ਭਾਈ ਅਸੀਂ ਤਾਂ ਹਜੇ ਮਹੀਨਾ ਨਹੀਂ ਆ ਸਕਦੇ, 2 ਮਹੀਨੇ ਨਹੀਂ ਆ ਸਕਦੇ ਹੈਗੇ, ਆਰਾਮ ਨਾਲ ਆਵਾਂਗੇ ਅਸੀਂ ਤਾਂ, ਹੈ ਨਾ। ਇਹਦਾ ਮਤਲਬ ਕੀ ਹੈ, ਫਿਰ ਤਾਂ ਕੰਮ ਖੜ ਜੂਗਾ, ਹੈ ਨਾ, ਵੀ ਜਦੋਂ ਐਮਰਜੈਂਸੀ ਕਾਨੂੰਨ ਦੀ ਲੋੜ ਪੈ ਜੂ ਤੇ ਜਿਹੜੇ ਸਾਡੇ ਸੰਸਦ ਮੈਂਬਰ ਨੇ ਜਾਂ ਜਿਹੜੇ ਸੰਵਿਧਾਨ ਦੇ ਨਿਰਮਾਤਾ, ਜਿਨ੍ਹਾਂ ਨੇ ਸੰਵਿਧਾਨ ਦਾ ਨਿਰਮਾਣ ਕਾਨੂੰਨ ਦਾ ਨਿਰਮਾਣ ਕਰਨਾ ਹੁੰਦਾ ਹੈ ਨਾ, ਤਾਂ ਉਹ ਕਿੱਥੇ ਫਿਰਦੇ ਨੇ ਸਾਡੇ, ਉਹ ਫੋਰਨ 'ਚ ਫਿਰਦੇ ਨੇ, ਫਿਰ ਤਾਂ ਸਮੱਸਿਆ ਖੜੀ ਹੋ ਜੂਗੀ, ਹੈ ਨਾ। ਤਾਂ ਜਦੋਂ ਸੰਸਦ ਦਾ ਸੈਸ਼ਨ ਨਾ ਚੱਲ ਰਿਹਾ ਹੋਵੇ ਤੇ ਦੇਸ਼ ਨੂੰ ਐਮਰਜੈਂਸੀ ਕਾਨੂੰਨ ਦੀ ਲੋੜ ਪੈ ਜਾਂਦੀ ਹੈ, ਫਿਰ ਕੀ ਹੋਊਗਾ, ਫਿਰ ਸਾਡੇ ਰਾਸ਼ਟਰਪਤੀ ਕੋਲ ਇੱਕ ਸ਼ਕਤੀ ਹੈ, ਉਹਨੂੰ ਅਸੀਂ ਬੋਲਦੇ ਹਾਂ ਅਧਿਆਦੇਸ਼ ਦੀ ਸ਼ਕਤੀ, ਆਰਡੀਨੈਂਸ ਦੀ ਪਾਵਰ ਇਹਨੂੰ ਬੋਲਦੇ ਹਾਂ, ਠੀਕ ਹੈ। ਇਸ ਆਰਡੀਨੈਂਸ ਦੀ ਪਾਵਰ ਦੇ ਰਾਹੀਂ ਭਾਰਤ ਦਾ ਰਾਸ਼ਟਰਪਤੀ ਕੀ ਕਰਦਾ ਹੈ, ਭਾਰਤ ਦਾ ਰਾਸ਼ਟਰਪਤੀ ਇੱਕ ਅਧਿਆਦੇਸ਼, ਇੱਕ ਆਦੇਸ਼ ਜਾਰੀ ਕਰਦਾ, ਜਿਹਨੂੰ ਅਸੀਂ ਬੋਲਦੇ ਰਾਸ਼ਟਰਪਤੀ ਦਾ ਆਦੇਸ਼, ਅਧਿਆਦੇਸ਼ ਜਾਰੀ ਕਰਦਾ, ਆਰਡਰ ਜਾਰੀ ਕਰਦਾ ਇੱਕ, ਠੀਕ ਹੈ। ਤਾਂ ਕੁਝ ਸਮੇਂ ਲਈ ਜਿਹੜਾ ਆਰਡਰ ਹੈ ਉਹ ਕਾਨੂੰਨ ਦੀ ਸ਼ਕਲ ਲੈ ਲੈਂਦਾ ਹੈ, ਠੀਕ ਹੈ ਜੀ। ਜਿਹੜਾ ਕਾਨੂੰਨ ਕਿਹਨੇ ਬਣਾਉਣਾ ਸੀਗਾ, ਲੋਕ ਸਭਾ ਨੇ ਬਣਾਉਣਾ ਸੀ ਤੇ ਰਾਜ ਸਭਾ ਨੇ ਬਣਾਉਣਾ ਸੀ। ਹੁਣ ਜਿਹੜੇ ਰਾਜ ਸਭਾ ਤੇ ਲੋਕ ਸਭਾ ਦੇ ਬੰਦੇ ਨੇਗੇ, ਮੈਂਬਰ ਨੇਗੇ, ਉਹ ਤਾਂ ਫਿਰਦੇ ਨੇ ਫੋਰਨ ਦੇ ਵਿੱਚ, ਜੱਗ ਦੇ ਕੰਮ ਦੇ ਵਿੱਚ ਬਿਜੀ ਨੇ ਆਪਣੇ, ਹੈ ਨਾ, ਸੈਸ਼ਨ ਚੱਲਦਾ ਨਹੀਂ ਹੈਗਾ, ਹੈ ਨਾ। ਤਾਂ ਜਦੋਂ ਸੈਸ਼ਨ ਨਾ ਚੱਲਦਾ ਹੋਊਗਾ ਤਾਂ ਰਾਸ਼ਟਰਪਤੀ ਇੱਕ ਆਰਡੀਨੈਂਸ ਜਾਰੀ ਕਰੂਗਾ, ਤਾਂ ਉਹ ਆਰਡੀਨੈਂਸ ਐਜ਼ ਇਟ ਇਜ਼ ਕਾਨੂੰਨ ਦੀ ਸ਼ਕਲ ਲੈ ਲੈਂਦਾ ਹੁੰਦਾ ਹੈ, ਠੀਕ ਹੈ ਜੀ। ਪਰ ਇਸ ਕਾਨੂੰਨ ਦੀ ਵੈਲਿਡਿਟੀ ਕਿੰਨੀ ਹੁੰਦੀ ਹੈ, ਕਿ ਹੁਣ ਜਿਹੜਾ ਕਾਨੂੰਨ ਬਣ ਜਾਂਦਾ, ਪ੍ਰੋਪਰ ਕਾਨੂੰਨ ਬਣਦਾ ਹੈਗਾ, ਹੁਣ ਆਪਾਂ ਇਹਨੂੰ ਕਾਨੂੰਨ ਨਹੀਂ ਕਹਾਂਗੇ, ਇਹਨੂੰ ਆਰਡੀਨੈਂਸ ਕਹਾਂਗੇ। ਤਾਂ ਇਹ ਜਿਹੜਾ ਆਰਡੀਨੈਂਸ ਹੈਗਾ, ਇਹਦੀ ਜਿਹੜੀ ਵੈਲਿਡਿਟੀ ਹੁੰਦੀ ਹੈ, ਇਹ ਕਿੰਨੇ ਸਮੇਂ ਲਈ ਮੰਨੀ ਜਾਂਦੀ ਹੈ, ਜਸਟ 6 ਮੰਥ ਲਈ ਇਹਦੀ ਵੈਲਿਡਿਟੀ ਮੰਨੀ ਜਾਂਦੀ ਹੈ, 6 ਮਹੀਨੇ ਲਈ ਇਹਦੀ ਵੈਲਿਡਿਟੀ ਮੰਨੀ ਜਾਂਦੀ ਹੈ, ਠੀਕ ਹੈ। 6 ਮਹੀਨੇ ਵੀ ਤਾਂ ਵੈਲਿਡਿਟੀ ਰਹੂਗੀ ਇਹਦੀ ਜੇ ਸੰਸਦ ਦਾ ਸੈਸ਼ਨ ਚੱਲ ਪਿਆ, ਸੰਸਦ ਦਾ ਸੈਸ਼ਨ ਚੱਲਣ ਤੋਂ ਬਾਅਦ 6 ਹਫ਼ਤੇ ਦੇ ਅੰਦਰ 6 ਹਫ਼ਤੇ ਦੇ ਵਿੱਚ ਇਸ ਆਰਡੀਨੈਂਸ ਨੂੰ, ਜਿਹੜਾ ਵੀ ਇਹਨਾਂ ਨੇ ਆਰਡੀਨੈਂਸ ਪਾਸ ਕੀਤਾ ਸੀ, ਰਾਸ਼ਟਰਪਤੀ ਪਾਸ ਕੀਤਾ ਸੀਗਾ, ਇਸ ਆਰਡੀਨੈਂਸ ਨੂੰ ਲੋਕ ਸਭਾ ਤੇ ਰਾਜ ਸਭਾ ਤੋਂ ਮਨਜ਼ੂਰੀ ਮਿਲਣੀ ਜ਼ਰੂਰੀ ਹੈ, ਠੀਕ ਹੈ ਨੇ। ਹੁਣ ਮੈਂ ਤੁਹਾਨੂੰ ਐਗਜ਼ਾਮਪਲਾਂ ਦੱਸ ਦਿੰਦਾ, ਜਿਵੇਂ ਮੰਨ ਲਓ ਰਾਸ਼ਟਰਪਤੀ ਨੇ ਆਰਡੀਨੈਂਸ ਪਾਸ ਕਰਤਾ, ਇਸ ਆਰਡੀਨੈਂਸ ਨੂੰ ਪਾਸ ਕੀਤੇ 1 ਮਹੀਨਾ ਹੋ ਗਿਆ, ਠੀਕ ਹੈ ਜੀ। 1 ਮਹੀਨੇ ਬਾਅਦ ਸੰਸਦ ਦਾ ਸੈਸ਼ਨ ਚੱਲ ਪਿਆ, ਤਾਂ ਸੈਸ਼ਨ ਚੱਲਣ ਤੋਂ 6 ਹਫ਼ਤੇ ਦੇ ਅੰਦਰ, 6 ਹਫ਼ਤੇ ਮਤਲਬ ਲਗਭਗ 1.5 ਮਹੀਨਾ ਲਾ ਲਓ, ਤਾਂ 1.5 ਮਹੀਨੇ ਦੇ ਅੰਦਰ ਇਸ ਜਿਹੜਾ ਆਰਡੀਨੈਂਸ ਇਹਨੂੰ ਪਾਸ ਕਰਨਾ ਜ਼ਰੂਰੀ ਹੈ। ਜੇ ਇਹ ਪਾਸ ਹੋ ਜਾਂਦਾ ਹੈ ਤਾਂ ਇਹਦੀ ਵੈਲਿਡਿਟੀ ਹੁੰਦੀ ਹੈ 6 ਮਹੀਨੇ ਦੀ। ਜੇ ਇਹ ਪਾਸ ਨਹੀਂ ਹੁੰਦਾ, ਜੇ ਪਾਸ ਇਹ ਨਹੀਂ ਹੋ ਰਿਹਾ, ਤਾਂ ਇਹਦੀ ਵੈਲਿਡਿਟੀ ਹੋ ਜਾਂਦੀ ਹੈ ਨਾਲ ਦੀ ਨਾਲ ਕੀ ਹੋ ਜਾਂਦਾ, ਇਹਦੀ ਵੈਲਿਡਿਟੀ ਇੱਥੇ ਖਤਮ ਹੋ ਜਾਂਦੀ ਹੈ, ਠੀਕ ਹੈ ਜੀ। ਸਮਝ ਗਏ ਗੱਲ। ਸੰਸਦ ਦਾ ਸੈਸ਼ਨ ਜਦੋਂ ਚੱਲੂਗਾ, ਠੀਕ ਹੈ, ਤਾਂ ਸੈਸ਼ਨ ਚੱਲਣ ਦੇ 6 ਹਫ਼ਤਿਆਂ ਦੇ ਅੰਦਰ ਇਸ ਨੂੰ ਪਾਸ ਕਰਵਾਉਣਾ ਜ਼ਰੂਰੀ ਹੈ। ਜੇ ਪਾਸ ਨਹੀਂ ਹੋਊਗਾ ਤਾਂ ਇਹ ਕੀ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਜੇ ਪਾਸ ਹੋ ਜਾਂਦਾ ਹੈ ਤਾਂ ਇਹਦੀ ਵੈਲਿਡਿਟੀ ਹੋ ਜਾਂਦੀ ਹੈ 6 ਮਹੀਨੇ। 6 ਮਹੀਨੇ ਕਰਕੇ ਤੁਸੀਂ ਇਹਨੂੰ ਵਧਾ ਸਕਦੇ ਹੋ, ਇਸ ਆਰਡੀਨੈਂਸ ਨੂੰ ਵਧਾਇਆ ਜਾ ਸਕਦਾ ਹੈ, ਠੀਕ ਹੈ ਜੀ। ਤੇ ਇਹਨੂੰ ਅਸੀਂ ਬੋਲਦੇ ਹਾਂ ਆਰਡੀਨੈਂਸ ਦੀ ਪਾਵਰ, ਠੀਕ ਹੈ ਜੀ। ਤੇ ਇਸ ਆਰਡੀਨੈਂਸ ਦੀ ਪਾਵਰ ਦੀ ਜਿਹੜੀ ਵਰਤੋਂ ਹੈ ਰਾਸ਼ਟਰਪਤੀ ਉਹ ਕਰਦਾ ਹੈ ਜੀ 123 ਅਨੁਛੇਦ ਦੇ ਤਹਿਤ, ਆਰਟੀਕਲ 1, 2, 3 ਦੇ ਤਹਿਤ ਇਸ ਦੀ ਵਰਤੋਂ ਕਰਦਾ ਹੁੰਦਾ ਹੈ, ਠੀਕ ਹੈ, ਕਲੀਅਰ ਹੈ। ਚਲੋ ਇਹ ਸੀ ਆਰਡੀਨੈਂਸ ਦੀ ਪਾਵਰ, ਰਾਸ਼ਟਰਪਤੀ ਦੀ ਅਧਿਆਦੇਸ਼ ਦੀ ਸ਼ਕਤੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਰਾਸ਼ਟਰਪਤੀ ਦੀਆਂ ਨਿਆਇਕ ਸ਼ਕਤੀਆਂ ਦੀ। ਨਿਆਇਕ ਸ਼ਕਤੀ, ਜੁਡੀਸ਼ੀਅਲ ਪਾਵਰ ਦੀ। ਨਿਆਇਕ ਸ਼ਕਤੀ, ਸਾਡਾ ਸੰਵਿਧਾਨ ਰਾਸ਼ਟਰਪਤੀ ਨੂੰ ਨਿਆਇਕ ਸ਼ਕਤੀਆਂ ਵੀ ਪ੍ਰਦਾਨ ਕਰਦਾ ਹੈ। ਆਰਟੀਕਲ 72 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਨਿਆਇਕ ਸ਼ਕਤੀਆਂ ਮਿਲੀਆਂ ਹੋਈਆਂ ਨੇ, ਠੀਕ ਹੈ ਜੀ। ਹੁਣ ਇਹ ਨਿਆਇਕ ਸ਼ਕਤੀਆਂ ਕੀ ਨੇ ਆਪਾਂ ਦੇਖਦੇ ਹਾਂ। ਇਹਦੇ ਵਿੱਚ ਰਾਸ਼ਟਰਪਤੀ ਕਿਸੇ ਵੀ ਵਿਅਕਤੀ ਦੀ ਸਜ਼ਾ ਨੂੰ ਮਾਫ ਵੀ ਕਰ ਸਕਦਾ ਹੈ, ਠੀਕ ਹੈ, ਪੂਰੀ ਤਰ੍ਹਾਂ ਮਾਫ ਕਰ ਸਕਦਾ ਹੈ, ਠੀਕ ਹੈ। ਮੰਨ ਲਓ ਕਿਸੇ ਵਿਅਕਤੀ ਨੂੰ ਉਮਰ ਕੈਦ ਹੋਗੀ, ਫਾਂਸੀ ਸਜ਼ਾ ਹੋਗੀ, ਤਾਂ ਰਾਸ਼ਟਰਪਤੀ ਮਾਫ ਕਰ ਦੂਗਾ ਵੀ ਜਾ ਬਈ ਤੂੰ ਐਸ਼ ਕਰ, ਠੀਕ ਹੈ। ਤਾਂ ਮਾਫ ਵੀ ਕਰ ਸਕਦਾ ਹੈ, ਉਸ ਸਜ਼ਾ ਨੂੰ ਬਦਲ ਵੀ ਸਕਦਾ ਹੈ। ਬਦਲ ਮਤਲਬ ਜਿਵੇਂ ਉਮਰ ਕੈਦ ਹੋ ਗਈ, ਠੀਕ ਹੈ, ਉਹਨੂੰ ਬਦਲਤਾ ਜੀ 10 ਸਾਲਾਂ ਦੇ ਵਿੱਚ। ਉਸ ਨੂੰ ਘਟਾ ਵੀ ਸਕਦਾ ਹੈ। ਘਟਾ ਮਤਲਬ ਜੇ ਉਹਨੂੰ 20 ਸਾਲ ਦੀ ਸਜ਼ਾ ਹੋਈ ਹੈ ਤਾਂ ਉਹਨੂੰ ਘਟਾ ਕੇ ਕਰ ਦੂਗਾ 10 ਸਾਲ, ਠੀਕ ਹੈ। ਜਾਂ ਫਿਰ ਉਹਨੂੰ ਸਸਪੈਂਡ ਵੀ ਕਰ ਸਕਦਾ ਹੈ। ਸਸਪੈਂਡ ਮਤਲਬ ਵੀ ਉਹਨੂੰ ਮੰਨ ਲਓ ਹੁਣ ਉਹਨੂੰ ਫਾਂਸੀ ਹੋਣ ਵਾਲੀ ਹੈ, ਠੀਕ ਹੈ,
ਤੇ ਉਹਨੂੰ ਕਹਿ ਦੂਗਾ ਜੀ ਇਹਦੀ ਸਜ਼ਾ ਨੂੰ ਕੀ ਕੀਤਾ ਜਾਂਦਾ, ਸਸਪੈਂਡ ਕੀਤਾ ਜਾਂਦਾ, ਸਾਲ ਲਈ ਜਾਂ 2 ਸਾਲਾਂ ਲਈ ਸਸਪੈਂਡ ਕੀਤਾ ਜਾਂਦਾ। ਤਾਂ ਇਹ ਚਾਰੇ ਪਾਵਰ ਕਿਹਦੇ ਕੋਲ ਨਹੀਂ ਹੈ, ਸਾਡੇ ਰਾਸ਼ਟਰਪਤੀ ਕੋਲ ਪਾਵਰ ਨਹੀਂ ਹੈ ਇਹ ਵੀ ਰਾਸ਼ਟਰਪਤੀ ਸਾਡੇ ਕਿਸੇ ਵੀ ਵਿਅਕਤੀ ਦੀ ਸਜ਼ਾ ਨੂੰ ਮਾਫ ਵੀ ਕਰ ਸਕਦਾ, ਕਿਸੇ ਆਰਟੀਕਲ ਤਹਿਤ ਨਹੀਂ, ਆਰਟੀਕਲ 72 ਦਾ ਕਿਸੇ ਸਜ਼ਾ ਨੂੰ ਬਦਲ ਵੀ ਸਕਦਾ ਹੈ, ਘਟਾ ਵੀ ਸਕਦਾ ਹੈ ਤੇ ਉਹਨੂੰ ਸਸਪੈਂਡ ਵੀ ਕਰ ਸਕਦਾ ਹੈਗਾ। ਠੀਕ ਹੈ, ਆਪਾਂ ਦੇਖਾਂਗੇ ਅੱਗੇ ਰਾਜਪਾਲ ਦਾ ਟੌਪਿਕ ਪੜਾਂਗੇ ਜਦੋਂ ਆਪਾਂ, ਤਾਂ ਰਾਜਪਾਲ ਦੇ ਟੌਪਿਕ ਦੇ ਵਿੱਚ ਆਪਾਂ ਦੇਖਾਂਗੇ ਵੀ ਰਾਜਪਾਲ ਕੋਲੇ ਫਾਂਸੀ ਦੀ ਸਜ਼ਾ ਨੂੰ ਮਾਫ ਕਰਨ ਦਾ ਅਧਿਕਾਰ ਨਹੀਂ ਹੁੰਦਾ। ਫਾਂਸੀ ਦੀ ਸਜ਼ਾ ਸਿਰਫ ਤੇ ਸਿਰਫ ਭਾਰਤ ਦਾ ਰਾਸ਼ਟਰਪਤੀ ਹੀ ਮਾਫ ਕਰਦਾ ਹੁੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਭਾਰਤ ਦਾ ਰਾਸ਼ਟਰਪਤੀ ਜਿਹੜੀਆਂ ਸਾਡੀਆਂ ਸੈਨਿਕ ਅਦਾਲਤਾਂ ਨੇ, ਕਿਉਂਕਿ ਸੈਨਿਕ ਅਦਾਲਤਾਂ ਵੀ ਆਪਣੇ ਸੈਨਿਕਾਂ ਨੂੰ ਸਜ਼ਾ ਸੁਣਾ ਸਕਦੀਆਂ ਨੇਗੀਆਂ, ਤਾਂ ਜਿਹੜੀਆਂ ਸਾਡੀਆਂ ਸੈਨਿਕ ਅਦਾਲਤਾਂ ਨੇਗੀਆਂ ਇਹਨਾਂ ਦੁਆਰਾ ਸੁਣਾਈ ਗਈ ਸਜ਼ਾ ਨੂੰ ਵੀ ਭਾਰਤ ਦਾ ਰਾਸ਼ਟਰਪਤੀ ਕੀ ਕਰ ਸਕਦਾ ਹੈਗਾ, ਮਾਫ ਕਰ ਸਕਦਾ ਹੈ। ਠੀਕ ਹੈ ਜੀ, ਤਾਂ ਸੈਨਿਕ ਅਦਾਲਤਾਂ ਦੀ ਸਜ਼ਾ ਨੂੰ ਭਾਰਤ ਦਾ ਰਾਸ਼ਟਰਪਤੀ ਮਾਫ ਕਰ ਸਕਦਾ ਹੈ। ਸੈਨਿਕ ਅਦਾਲਤਾਂ ਦੁਆਰਾ ਸਜ਼ਾ ਨੂੰ ਜਿਹੜੀ ਸੁਣਾਈ ਜਾਂਦੀ ਉਹਨੂੰ ਰਾਜਪਾਲ ਮਾਫ ਨਹੀਂ ਕਰਦਾ ਹੈਗਾ, ਰਾਜਪਾਲ ਨਹੀਂ ਮਾਫ ਕਰਦਾ ਉਹਨੂੰ। ਠੀਕ ਹੈ ਜੀ, ਕਲੀਅਰ। ਚਲੋ ਹੁਣ ਆਪਾਂ ਅਗਲੀ ਗੱਲ ਦੇਖਦੇ ਹਾਂ ਜੀ। ਇੱਕ ਆਰਟੀਕਲ 143 ਹੈ, ਅਨੁਛੇਦ 143 ਹੈ। ਅਨੁਛੇਦ 143 ਦੇ ਤਹਿਤ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ ਇਹ ਕਿਸੇ ਮਸਲੇ ਤੇ, ਰਾਸ਼ਟਰਪਤੀ ਕਿਸੇ ਸੰਵਿਧਾਨਿਕ ਮਸਲੇ ਤੇ ਸਲਾਹ ਲੈ ਸਕਦਾ ਹੈ, ਠੀਕ ਹੈ ਜੀ। ਕੱਲਾ ਸੰਵਿਧਾਨਿਕ ਮਸਲਾ ਐਨੀ ਵੀ ਉਹ ਪਰਿਵਾਰ ਦਾ ਮਤਲਬ ਵੀ ਮੇਰੇ ਤਾਂ ਘਰ 'ਚ ਲੜਾਈ ਰਹਿੰਦੀ ਹੈ ਨਾ, ਵੀ ਮੇਰੇ ਤਾਂ ਘਰ ਵਾਲੀ ਨਾਲ ਬਣਦੀ ਰਹੇਗੀ ਹੈ ਨਾ, ਮੇਰੀ ਘਰ ਵਾਲੀ ਨਾਲ ਮਤਲਬ ਮੇਰੀ ਘਰ ਵਾਲੀ ਮੈਨੂੰ ਤੰਗ ਕਰਦੀ ਹੈ ਨਾ, ਤਾਂ ਮੈਨੂੰ ਸਲਾਹ ਦੇ ਤੂੰ ਰਾਸ਼ਟਰਪਤੀ ਹੈ ਨਾ ਕਹੂਗਾ ਉਹਨੂੰ, ਹੈ ਨਾ, ਜਦ ਮੈਂ ਇੱਕ ਪਲਾਟ ਲੈਣਾ ਯਾਰ ਹੈ ਨਾ, ਤਾਂ ਮੈਨੂੰ ਸਲਾਹ ਦਿਓ ਤੂੰ, ਹੈ ਨਾ। ਤਾਂ ਇਸ ਤਰ੍ਹਾਂ ਦੀ ਸਲਾਹ ਨਹੀਂ, ਸਲਾਹ ਕਿਸ ਤਰ੍ਹਾਂ ਦੀ, ਸੰਵਿਧਾਨਿਕ ਮਾਮਲੇ ਦੀ ਸਲਾਹ। ਤਾਂ ਭਾਰਤ ਦਾ ਰਾਸ਼ਟਰਪਤੀ ਕੀ ਤੋਂ ਸਲਾਹ ਲੈ ਸਕਦਾ ਜੀ, ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ। ਠੀਕ ਹੈ ਜੀ, ਸੰਵਿਧਾਨਿਕ ਮਸਲੇ ਦੇ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ। ਸੁਪਰੀਮ ਕੋਰਟ ਆਰਟੀਕਲ 143 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਕੀ ਕਰਦੀ ਹੈ, ਸਲਾਹ ਦਿੰਦੀ ਹੈ, ਤੇ ਇਹ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਉਹ ਸਾਡੇ ਰਾਸ਼ਟਰਪਤੀ ਦੇ ਉੱਪਰ ਨਿਰਭਰ ਕਰਦਾ ਹੈ। ਦੇਖੋ ਸਲਾਹ ਵੀ ਲਊਗਾ, ਉਹਨੂੰ ਮੰਨਣਾ ਜਾਂ ਨਾ ਮੰਨਣਾ, ਹੈ ਨਾ। ਠੀਕ ਹੈ, ਤੇ ਇਸ ਕਰਕੇ ਅਗਲਾ ਕਹਿੰਦਾ ਵੀ ਹੈ ਨਾ, ਤਾਂ ਇਹ ਸਲਾਹ ਸਾਡੇ ਕੌਣ ਦਿੰਦੀ ਹੈ, ਸੁਪਰੀਮ ਕੋਰਟ ਪ੍ਰਦਾਨ ਕਰਦੀ ਹੈ। ਠੀਕ ਹੈ, ਤਾਂ ਸਲਾਹ ਕੌਣ ਪ੍ਰਦਾਨ ਕਰਦੀ, 143 ਆਰਟੀਕਲ ਦੇ ਤਹਿਤ ਸੁਪਰੀਮ ਕੋਰਟ ਇਹਨੂੰ ਸਲਾਹ ਪ੍ਰਦਾਨ ਕਰ ਸਕਦੀ ਹੈ। ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਰਾਸ਼ਟਰਪਤੀ ਦੇ ਉੱਪਰ ਡਿਪੈਂਡ ਕਰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਆਪਾਂ ਪੜਾਂਗੇ ਅੱਗੇ ਜਾ ਕੇ ਵੈਸੇ ਡਿਟੇਲ ਦੇ ਵਿੱਚ ਨੂੰ ਵੀ, ਤਾਂ ਆਰਟੀਕਲ 124 ਹੈ, 124 ਆਰਟੀਕਲ ਦੇ ਵਿੱਚ ਹੀ ਆਪਾਂ ਪੜਾਂਗੇ। ਇਹਦੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਹੈ। ਪਹਿਲਾਂ ਪੜ੍ਹ ਕੇ ਵੀ ਆਏ ਆਪਾਂ ਕਾਰਜਕਾਰੀ ਸ਼ਕਤੀਆਂ ਦੇ ਵਿੱਚ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਜੱਜਾਂ ਦੀ ਅਪੁਆਇੰਟਮੈਂਟ ਕੀਤੀ ਜਾਂਦੀ, ਨਿਯੁਕਤੀ ਕੀਤੀ ਜਾਂਦੀ ਹੈ, ਇਹ ਵੀ ਕਿਹਦੇ ਵੱਲੋਂ ਕੀਤੀ ਜਾਂਦੀ ਹੈ, ਇਹ ਵੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ। ਇਟ ਮੀਨਸ ਭਾਰਤ ਦੇ ਰਾਸ਼ਟਰਪਤੀ ਦੁਆਰਾ ਹੀ ਸੁਪਰੀਮ ਕੋਰਟ ਦੇ ਜੱਜ ਤੇ ਹਾਈ ਕੋਰਟ ਦੇ ਜੱਜਾਂ ਦੀ ਅਪੁਆਇੰਟਮੈਂਟ ਉਹ ਕੀਤੀ ਜਾਂਦੀ ਹੁੰਦੀ ਹੈ। ਠੀਕ ਹੈ ਜੀ, ਕਲੀਅਰ। ਤਾਂ ਇਹ ਸੀ ਭਾਰਤ ਦੇ ਰਾਸ਼ਟਰਪਤੀ ਦੀਆਂ ਨਿਆਇਕ ਸ਼ਕਤੀਆਂ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਭਾਰਤ ਦੇ ਰਾਸ਼ਟਰਪਤੀ ਦੀਆਂ ਵਿੱਤੀ ਸ਼ਕਤੀਆਂ। ਵਿੱਤੀ ਸ਼ਕਤੀਆਂ, ਫਾਈਨੈਂਸ਼ੀਅਲ ਪਾਵਰ। ਵਿੱਤੀ ਸ਼ਕਤੀਆਂ, ਠੀਕ ਹੈ। ਵਿੱਤੀ ਸ਼ਕਤੀਆਂ ਦੇ ਵਿੱਚ ਕੀ ਆਉਂਦਾ ਹੈ, ਇਹਦੇ ਵਿੱਚ ਆਉਂਦਾ ਜੀ ਆਰਟੀਕਲ 112। ਆਰਟੀਕਲ 112 ਦੇ ਤਹਿਤ ਕੀ ਹੁੰਦਾ ਹੈ, ਭਾਰਤ ਦਾ ਰਾਸ਼ਟਰਪਤੀ ਬਜਟ ਪਾਸ ਕਰਵਾਉਂਦਾ ਹੈ, ਮਤਲਬ ਸੰਸਦ ਦੇ ਵਿੱਚ ਉਹ ਬਜਟ ਰੱਖਦਾ ਹੈ। ਠੀਕ ਹੈ, ਜਿਹੜਾ ਭਾਰਤ ਸਰਕਾਰ ਦਾ ਬਜਟ ਹੈ ਉਹ ਰਾਸ਼ਟਰਪਤੀ ਦੇ ਨਾਮ ਤੇ ਹੀ ਪਾਸ ਕੀਤਾ ਜਾਂਦਾ ਹੈ। ਤਾਂ ਆਰਟੀਕਲ 112 ਦੇ ਤਹਿਤ ਭਾਰਤ ਦਾ ਰਾਸ਼ਟਰਪਤੀ ਕੀ ਕਰਦਾ ਹੈ, ਬਜਟ ਪਾਸ ਕਰਾਉਂਦਾ, ਇਹਨੂੰ ਉਹ ਕਰਦਾ ਹੈ। ਠੀਕ ਹੈ, ਇਹਨੂੰ ਪਾਸ ਕਰ ਦਿੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਇੱਕ ਧਨ ਬਿੱਲ ਹੁੰਦਾ ਹੈ, ਧਨ ਬਿੱਲ ਪੜਾਂਗੇ ਆਪਾਂ ਨੂੰ ਆਰਟੀਕਲ 110 ਦੇ ਤਹਿਤ। ਜਿਹੜਾ ਧਨ ਬਿੱਲ ਹੈ, ਧਨ ਬਿੱਲ ਨੂੰ ਰਾਸ਼ਟਰਪਤੀ ਪਹਿਲਾਂ ਹੀ ਮਨਜ਼ੂਰੀ ਪ੍ਰਦਾਨ ਕਰ ਦਿੰਦਾ ਹੈ, ਮਤਲਬ ਪਹਿਲਾਂ ਸੰਸਦ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਇਹਨੂੰ ਮਨਜ਼ੂਰੀ ਪ੍ਰਦਾਨ ਕਰ ਦਿੰਦਾ ਹੈ। ਠੀਕ ਹੈ, ਕਿਉਂਕਿ ਸੰਸਦ ਜਿਹੜਾ ਧਨ ਬਿੱਲ ਹੈਗਾ ਇਹ ਸਰਕਾਰ ਦੇ ਖਰਚ ਤੇ ਆਮਦਨ ਨਾਲ ਸੰਬੰਧਿਤ ਹੁੰਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਇੱਕ ਕੰਸਲਟੈਂਸੀ ਫੰਡ ਹੁੰਦਾ ਹੈ, ਕੰਸਲਟੈਂਸੀ ਫੰਡ ਹੁੰਦਾ ਇੱਕ। ਜਿਹੜਾ ਕੰਸਲਟੈਂਸੀ ਫੰਡ ਹੈ ਇਹਨੂੰ ਆਪਾਂ ਕਰਾਂਗੇ ਬਾਅਦ ਵਿੱਚ ਡਿਟੇਲ, ਜਦੋਂ ਸੰਸਦ ਟੌਪਿਕ ਕਰਾਂਗੇ ਇਹਨੂੰ ਡਿਟੇਲ 'ਚ ਮੈਂ ਤੁਹਾਨੂੰ ਸਮਝਾਊਂਗਾ ਵੀ ਕੰਸਲਟੈਂਸੀ ਫੰਡ ਕੀ ਹੁੰਦਾ ਹੈਗਾ। ਤਾਂ ਕੰਸਲਟੈਂਸੀ ਜਿਹੜਾ ਫੰਡ ਹੈ ਜੀ ਇਹ ਕਿਹਦੇ ਅਧਿਕਾਰ ਖੇਤਰ ਦੇ ਵਿੱਚ ਹੁੰਦਾ ਹੈ, ਇਹ ਰਾਸ਼ਟਰਪਤੀ ਦੇ ਅਧਿਕਾਰ ਦੇ ਵਿੱਚ ਹੁੰਦਾ ਹੈ। ਤਾਂ ਇਹਦੇ ਉੱਪਰ ਪੂਰਨ ਅਧਿਕਾਰ ਕਿਹਦਾ ਹੁੰਦਾ, ਇਹ ਰਾਸ਼ਟਰਪਤੀ ਦਾ ਅਧਿਕਾਰ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਲਾਸਟ ਦੇ ਵਿੱਚ ਕਰ ਲਓ ਤੁਸੀਂ, ਇੱਕ ਆਰਟੀਕਲ 280 ਹੈ, 280 ਆਰਟੀਕਲ 280 280। ਇਹਦੇ ਤਹਿਤ ਰਾਸ਼ਟਰਪਤੀ ਹਰ ਸਾਲ ਕੀ ਕਰਦਾ ਹੈ, ਵਿੱਤ ਆਯੋਗ
ਜਿਹਨੂੰ ਬੋਲਦੇ ਆ ਇੰਗਲਿਸ਼ ਫਾਈਨੈਂਸ ਕਮਿਸ਼ਨ। ਫਾਈਨੈਂਸ ਕਮਿਸ਼ਨ, ਤਾਂ ਫਾਈਨੈਂਸ ਕਮਿਸ਼ਨ ਦੀ ਕੀ ਕਰਦਾ ਹੈ, ਅਪੁਆਇੰਟਮੈਂਟ ਕਰਦਾ ਹੈ। ਫਾਈਨੈਂਸ ਕਮਿਸ਼ਨ ਦੀ ਕੀ ਕਰਦਾ, ਅਪੁਆਇੰਟਮੈਂਟ ਕਰਦਾ ਹੁੰਦਾ। ਭਾਰਤ ਦਾ ਰਾਸ਼ਟਰਪਤੀ 280 ਆਰਟੀਕਲ ਦੇ ਕੀ ਕਰਦਾ ਹੈ, ਫਾਈਨੈਂਸ ਕਮਿਸ਼ਨ ਦੀ ਅਪੁਆਇੰਟਮੈਂਟ ਕਰਦਾ ਹੁੰਦਾ। ਠੀਕ ਹੈ ਜੀ, ਤਾਂ ਇਹ ਸੀ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ, ਵਿੱਤੀ ਸ਼ਕਤੀਆਂ। ਹੁਣ ਆਪਾਂ ਦੇਖਦੇ ਹਾਂ ਇੱਕ ਇਹਦੀ ਸ਼ਕਤੀ, ਕੂਟਨੀਤਿਕ ਸ਼ਕਤੀ। ਜਿਹਨੂੰ ਅਸੀਂ ਬੋਲਦੇ ਹਾਂ ਡਿਪਲੋਮੈਟਿਕ ਪਾਵਰ। ਡਿਪਲੋਮੈਟਿਕ ਪਾਵਰ, ਇਹ ਡਿਪਲੋਮੈਟਿਕ ਪਾਵਰ ਕੀ ਹੁੰਦੀ ਹੈ, ਜਿੰਨੇ ਵੀ ਕਿਸੇ ਦੇਸ਼ ਨਾਲ ਸੰਧੀ ਸਮਝੌਤੇ ਕੀਤੇ ਜਾਂਦੇ ਨੇ, ਠੀਕ ਹੈ ਜੀ, ਸੰਧੀ ਕੀਤੀ ਜਾਂਦੀ ਹੈ ਜਾਂ ਫਿਰ ਯੁੱਧ ਦਾ ਐਲਾਨ ਕੀਤਾ ਜਾਂਦਾ ਹੈ ਜਾਂ ਫਿਰ ਸ਼ਾਂਤੀ ਦਾ ਐਲਾਨ ਕੀਤਾ ਜਾਂਦਾ ਹੈ। ਠੀਕ ਹੈ ਜੀ, ਇਹ ਐਲਾਨ ਕੌਣ ਕਰਦਾ, ਇਹ ਭਾਰਤ ਦਾ ਰਾਸ਼ਟਰਪਤੀ ਹੀ ਕਰਦਾ ਹੁੰਦਾ ਹੈ। ਠੀਕ ਹੈ ਜੀ, ਕਿਉਂਕਿ ਸੰਘ ਦੀਆਂ ਸ਼ਕਤੀਆਂ ਕਿਹਦੇ ਕੋਲ ਨੇ, ਭਾਰਤ ਦੇ ਰਾਸ਼ਟਰਪਤੀ ਕੋਲ ਨੇ। ਪਰ ਅਗਲੀ ਗੱਲ ਸਾਨੂੰ ਇਹ ਵੀ ਧਿਆਨ ਰੱਖਣੀ ਚਾਹੀਦੀ ਹੈ ਵੀ ਸੰਘ ਦੀਆਂ ਸ਼ਕਤੀਆਂ ਦਾ ਇਸਤੇਮਾਲ ਕੌਣ ਕਰਦਾ ਹੁੰਦਾ, ਐਕਚੁਅਲ ਦੇ ਵਿੱਚ ਉਹ ਕਰਦਾ ਹੈ ਮੰਤਰੀ ਪ੍ਰੀਸ਼ਦ, ਜਿਹਦੀ ਅਗਵਾਈ ਕਰਦਾ ਭਾਰਤ ਦਾ ਪ੍ਰਧਾਨ ਮੰਤਰੀ। ਤਾਂ ਸੰਧੀ ਸਮਝੌਤਾ ਤੇ ਯੁੱਧ ਦਾ ਐਲਾਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੀਤਾ ਜਾਂਦਾ ਹੈ, ਡਿਪਲੋਮੈਟਿਕ ਪਾਵਰ ਇਹਦੀ। ਇਸ ਤੋਂ ਇਲਾਵਾ ਡਿਪਲੋਮੈਟਿਕ ਪਾਵਰ ਦੇ ਵਿੱਚ ਹੋਰ ਕੀ ਕੁਝ ਆ ਜਾਂਦਾ ਹੈ, ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਅਲੱਗ-ਅਲੱਗ ਰਾਜਦੂਤ ਜਾਂਦੇ ਨੇ, ਰਾਜਦੂਤ ਜਿਵੇਂ ਮੰਨ ਲਓ ਭਾਰਤ ਨੇ ਆਪਣਾ ਇੱਕ ਰਾਜਦੂਤ ਭੇਜਿਆ ਜੀ USA ਦੇ ਵਿੱਚ, ਪਾਕਿਸਤਾਨ ਦੇ ਵਿੱਚ, ਯੂਰਪ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਭੇਜਿਆ ਹੋਇਆ ਹੈ ਨਾ। ਤਾਂ ਇਸ ਤਰ੍ਹਾਂ ਭਾਰਤ ਦੇ ਅਲੱਗ-ਅਲੱਗ ਰਾਜਦੂਤ ਜਾਂਦੇ ਨੇ, ਠੀਕ ਹੈ, ਉੱਥੇ ਜਾ ਕੇ ਰਹਿੰਦੇ ਨੇ ਉਹ। ਤਾਂ ਇਹਨਾਂ ਰਾਜਦੂਤਾਂ ਦੀ ਜਿਹੜੀ ਨਿਯੁਕਤੀ ਹੈ, ਰਾਜਦੂਤ ਦੀ ਨਿਯੁਕਤੀ ਕੌਣ ਕਰਦਾ, ਭਾਰਤ ਦਾ ਰਾਸ਼ਟਰਪਤੀ ਕਰਦਾ ਹੁੰਦਾ ਹੈ। ਠੀਕ ਹੈ ਜੀ, ਰਾਜਦੂਤ ਦੀ ਅਪੁਆਇੰਟਮੈਂਟ ਕੌਣ ਕਰਦਾ, ਭਾਰਤ ਦਾ ਰਾਸ਼ਟਰਪਤੀ ਕਰਦਾ। ਇਸ ਤੋਂ ਇਲਾਵਾ ਹੁਣ ਮੰਨ ਲਓ ਭਾਰਤ ਨੇ ਆਪਣਾ ਰਾਜਦੂਤ ਭੇਜਿਆ USA ਦੇ ਵਿੱਚ, ਤਾਂ USA ਤੋਂ ਵੀ ਆਊਗਾ ਵੀ ਰਾਜਦੂਤ, ਕੋਈ ਨਾ ਕੋਈ ਤਾਂ ਆਊਗਾ ਹੈ ਨਾ। ਪਾਕਿਸਤਾਨ ਤੋਂ ਵੀ ਕੋਈ ਨਾ ਕੋਈ ਰਾਜਦੂਤ ਆਊਗਾ ਆਪਣੀ ਇੰਡੀਆ ਦੇ ਵਿੱਚ, ਯੂਰਪੀਅਨ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਵੀ ਕੋਈ ਨਾ ਕੋਈ ਰਾਜਦੂਤ ਆਊਗਾ ਹੈ ਨਾ। ਤਾਂ ਹਰ ਦੇਸ਼ ਦਾ ਰਾਜਦੂਤ ਭਾਰਤ ਦੇ ਵਿੱਚ ਵੀ, ਇਹਨੂੰ ਆਪਾਂ ਬੋਲਦੇ ਐਮਬੈਸੀ, ਠੀਕ ਹੈ, ਉਹ ਐਮਬੈਸੀ ਦੇ ਵਿੱਚ ਰਹਿੰਦੇ ਹੁੰਦੇ ਰਾਜਦੂਤ ਉਹ। ਠੀਕ ਹੈ, ਜਿਵੇਂ ਹੁਣ ਮੰਨ ਲਓ ਕੈਨੇਡਾ ਹੈ, ਤਾਂ ਕੈਨੇਡਾ ਦੀ ਐਮਬੈਸੀ ਵੀ ਇੰਡੀਆ ਦੇ ਵਿੱਚ ਹੈਗੀ ਹੈ, ਤਾਂ ਉੱਥੇ ਉਹਦਾ ਜਿਹੜਾ ਰਾਜਦੂਤ ਹੈਗਾ ਉਹ ਇੰਡੀਆ ਦੇ ਵਿੱਚ ਰਹਿੰਦਾ ਹੈ ਨਾ। ਤਾਂ ਇਸ ਤਰ੍ਹਾਂ ਭਾਰਤ ਦੇ ਰਾਜਦੂਤ ਵੀ ਅਲੱਗ-ਅਲੱਗ ਦੇਸ਼ਾਂ 'ਚ ਰਹਿੰਦੇ ਨੇ, ਤੇ ਅਲੱਗ-ਅਲੱਗ ਦੇਸ਼ਾਂ ਦੇ ਰਾਜਦੂਤ ਵੀ ਭਾਰਤ ਦੇ ਵਿੱਚ ਰਹਿੰਦੇ ਨੇ, ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਦੇਸ਼ਾਂ ਵਿਚਕਾਰ ਕੀ ਹੈ, ਕਮਿਊਨੀਕੇਸ਼ਨ ਬਣਾਉਣ ਦਾ ਕੰਮ ਕਰਦੇ ਨੇ। ਠੀਕ ਹੈ, ਤਾਂ ਇਹਨਾਂ ਅਪੁਆਇੰਟਮੈਂਟ ਦੀ ਜਿਹੜੀ ਰਾਜਦੂਤ ਦੀ ਅਪੁਆਇੰਟਮੈਂਟ ਕਰੂਗਾ ਕੌਣ ਕਰੂਗਾ, ਭਾਰਤ ਦਾ ਰਾਸ਼ਟਰਪਤੀ ਕਰਦਾ ਹੈਗਾ। ਤੇ ਜਿਹੜੇ ਫੋਰਨ ਤੋਂ ਆਉਣਗੇ, ਜਿਵੇਂ USA ਤੋਂ ਆਊਗਾ ਜਾਂ ਪਾਕਿਸਤਾਨ ਤੋਂ ਆਊਗਾ ਜਾਂ ਹੋਰ ਕੰਟਰੀਜ਼ ਤੋਂ ਆਊਗਾ, ਉਹ ਆਪਣਾ ਇੱਕ ਪ੍ਰਮਾਣ ਪੱਤਰ ਲੈ ਕੇ ਆਉਂਦੇ ਹੁੰਦੇ ਨੇ। ਮਤਲਬ ਭਾਰਤ ਦਾ ਰਾਸ਼ਟਰਪਤੀ ਜਦੋਂ ਆਪਣੇ ਰਾਜਦੂਤ ਨੂੰ ਭੇਜੂਗਾ ਤਾਂ ਇੱਕ ਪ੍ਰਮਾਣ ਪੱਤਰ ਦੇ ਕੇ ਭੇਜੂਗਾ ਵੀ ਭਾਈ ਮੈਂ ਇਸ ਬੰਦੇ ਨੂੰ ਰਾਜਦੂਤ ਆਪਣਾ USA ਦੇ ਵਿੱਚ ਲਾਤਾ। ਤੇ USA ਵਾਲਾ ਫਿਰ ਕੀ ਕਰੂਗਾ, ਜੇ ਮੰਨ ਲਓ USA ਵਾਲੇ ਰਾਸ਼ਟਰਪਤੀ ਨੇ ਇੰਡੀਆ ਦੇ ਵਿੱਚ ਆਪਣਾ ਰਾਜਦੂਤ ਭੇਜਿਆ ਹੈਗਾ, ਤਾਂ ਉਹ ਕੀ ਕਰੂਗਾ, ਉਹ ਆਪਣਾ ਪ੍ਰਮਾਣ ਪੱਤਰ ਦੇ ਕੇ ਭੇਜੂਗਾ ਵੀ ਭਾਈ ਵੀ ਤੂੰ ਜਾ ਕੇ ਇੰਡੀਆ ਦੇ ਵਿੱਚ ਕੀ ਕਰਨਾ ਹੈਗਾ, ਰਾਜਦੂਤ ਬਣਨਾ ਹੈਗਾ। ਠੀਕ ਹੈ, ਤਾਂ ਇਸ ਤਰ੍ਹਾਂ ਹੁਣ ਇਹ ਪ੍ਰਮਾਣ ਪੱਤਰ ਨੂੰ ਕੌਣ ਦੇਖੂਗਾ ਜਾਂ ਪ੍ਰਮਾਣ ਪੱਤਰ ਨੂੰ ਕੌਣ ਮਨਜ਼ੂਰੀ ਪ੍ਰਦਾਨ ਕਰੂਗਾ, ਤੇ ਭਾਰਤ ਦਾ ਰਾਸ਼ਟਰਪਤੀ ਪ੍ਰਦਾਨ ਕਰਦਾ ਹੁੰਦਾ। ਠੀਕ ਹੈ ਜੀ, ਤਾਂ ਰਾਜਦੂਤ ਭਾਰਤ ਦੇ ਰਾਸ਼ਟਰਪਤੀ ਕੋਲ ਪ੍ਰਮਾਣ ਪੱਤਰ ਲੈ ਕੇ ਆਊਗਾ ਵੀ ਮੈਂ ਅਮਰੀਕਾ ਦਾ ਕੀ ਹੈ ਜੀ, ਮੈਂ ਅਮਰੀਕਾ ਦਾ ਰਾਜਦੂਤ ਹੈ ਤੇ ਮੈਨੂੰ ਇੱਥੇ ਰਹਿਣ ਦੀ ਆਗਿਆ ਪ੍ਰਦਾਨ ਕੀਤੀ ਜਾਵੇ। ਠੀਕ ਹੈ, ਤਾਂ ਪ੍ਰਧਾਨ ਮੰਤਰੀ ਜਿਹੜਾ ਰਾਸ਼ਟਰਪਤੀ ਹੋਊਗਾ ਕੀ ਕਰ ਦਿੰਦਾ, ਇਹਨੂੰ ਮਨਜ਼ੂਰੀ ਪ੍ਰਦਾਨ ਕਰ ਦਿੰਦਾ ਹੈ। ਠੀਕ ਹੈ ਜੀ, ਤਾਂ ਇਹ ਸੀ ਭਾਰਤ ਦੇ ਰਾਸ਼ਟਰਪਤੀ ਦੀਆਂ ਡਿਪਲੋਮੈਟਿਕ ਪਾਵਰ। ਠੀਕ ਹੈ, ਕੂਟਨੀਤਿਕ ਸ਼ਕਤੀਆਂ। ਹੁਣ ਦੇਖੋ ਇਹਦੇ ਵਿੱਚ ਆਪਾਂ ਕਰ ਚੁੱਕੇ ਹਾਂ, ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਸ਼ਕਤੀਆਂ ਦੀ, ਕਾਰਜਕਾਰੀ ਸ਼ਕਤੀਆਂ ਦੀ। 7 ਪ੍ਰਕਾਰ ਦੀ ਸ਼ਕਤੀਆਂ ਦੀ ਆਪਾਂ ਗੱਲ ਕੀਤੀ ਹੈ। ਪਹਿਲੀਆਂ ਸੀਗੀਆਂ ਕਾਰਜਕਾਰੀ ਸ਼ਕਤੀਆਂ, ਦੂਸਰੀ ਸੀ ਦੀ ਵਿਧਾਨਕ ਸ਼ਕਤੀਆਂ, ਤੀਸਰੀ ਸੀ ਦੀਆਂ ਸੈਨਿਕ ਸ਼ਕਤੀਆਂ, ਚੌਥੀ ਸੀ ਦੀ ਨਿਆਇਕ ਸ਼ਕਤੀ, ਪੰਜਵੀਂ ਸੀ ਦੀ ਵਿੱਤੀ ਸ਼ਕਤੀ, ਤੇ ਛੇਵੀਂ ਸੀ ਦੀ ਕੂਟਨੀਤਿਕ ਸ਼ਕਤੀ। ਠੀਕ ਹੈ ਜੀ, ਡਿਪਲੋਮੈਟਿਕ ਪਾਵਰ ਤੇ ਵੈਰੀ ਇੰਪੋਰਟੈਂਟ ਪਾਵਰ ਸੀਗੀਆਂ ਜੀ ਇਹ, ਇਹਨੂੰ ਆਰਟੀਕਲ ਸਮੇਤ ਆਪਾਂ ਕੀਤਾ ਇਹਦੇ ਵਿੱਚ। ਠੀਕ ਹੈ, ਤੇ ਇੱਕ ਰਹਿ ਗਈ ਲਾਸਟ 7ਵੀਂ ਪਾਵਰ, ਜਿਹਨੂੰ ਅਸੀਂ ਬੋਲਦੇ ਹਾਂ ਆਪਾਤਕਾਲੀਨ ਸ਼ਕਤੀ। ਠੀਕ ਹੈ, ਤੇ ਕਾਫੀ ਇਹਨਾਂ ਪਾਵਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਟੇਲ ਦੇ ਵਿੱਚ ਜਿਹੜੀ ਆਪਾਤਕਾਲੀਨ ਸ਼ਕਤੀ ਹੈਗੀ। ਠੀਕ ਹੈ, ਤੇ ਜਿਹੜੀ ਆਪਾਤਕਾਲੀਨ ਸ਼ਕਤੀ ਹੈ ਜਾਂ ਰਾਸ਼ਟਰਪਤੀ ਨਾਲ ਜਿੰਨੇ ਵੀ ਫੋਰ ਫੈਕਟ ਜੁੜੇ ਹੋਏ ਨੇ, ਜਾਂ ਰਾਸ਼ਟਰਪਤੀ ਦੇ ਹੁਣ ਆਪਾਂ ਕਹਿੰਦੇ ਨਹੀਂ ਰਬੜ ਦੀ ਮੋਹਰ ਹੈਗਾ, ਤਾਂ ਰਬੜ ਦੀ ਮੋਹਰ ਐਕਚੁਅਲ 'ਚ ਹੈਗਾ ਜਾਂ ਨਹੀਂ ਹੈਗਾ ਰਾਸ਼ਟਰਪਤੀ, ਹੈ ਨਾ। ਤਾਂ ਇਹ ਗੱਲਾਂ ਆਪਾਂ ਕਰਾਂਗੇ ਨੈਕਸਟ ਕਲਾਸ ਦੇ ਵਿੱਚ। ਠੀਕ ਹੈ, ਤੇ ਕੱਲ ਆਪਾਂ ਜਿਹੜੀ ਨੈਕਸਟ ਕਲਾਸ ਕਰਨੀ ਹੈਗੀ ਰਾਸ਼ਟਰਪਤੀ ਦਾ ਪਾਰਟ 3 ਕਰਾਂਗੇ, ਇਹਨੂੰ ਆਪਾਂ ਕੰਪਲੀਟ ਕਰਾਂਗੇ ਪਾਰਟ 3 ਦੇ ਵਿੱਚ।
ਤਾਂ ਰਾਸ਼ਟਰਪਤੀ ਨਾਲ ਰਿਲੇਟਡ ਸਾਡੀਆਂ ਤੀਸਰੀ ਵੀਡੀਓ ਜਿਹੜੀ ਆਪਾਂ ਲੈ ਕੇ ਆਵਾਂਗੇ ਕੱਲ। ਠੀਕ ਹੈ, ਤਾਂ ਮਿਲਦੇ ਹਾਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ। ਠੀਕ ਹੈ, ਤਦ ਤੱਕ ਲਈ ਬਾਏ, ਥੈਂਕ ਯੂ।